ਤੁਸੀਂ ਦੇਖ ਰਹੇ ਹੋ ਦਰਬਾਰੇ ਖਾਲਸਾ ਤੇ ਮੈਂ ਹਰਪਿੰਦਰ ਸਿੰਘ ਕੋਟਕਪੂਰਾ। ਫਤਿਹ ਪ੍ਰਵਾਨ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਲਿਸ ਵਾਰਿਓ, ਇਹ ਉਹ ਮਹੀਨਾ ਚੱਲ ਰਿਹਾ ਜਿਸ ਮਹੀਨੇ 'ਚ ਸਿੱਖ ਜਗਤ ਤੇ ਅਣਕਿਆਸਿਆ ਤੇ ਅਣਚਿਤਵਿਆ ਕਹਿਰ ਢਾਇਆ ਗਿਆ ਸੀ। ਸਿੱਖੀ ਦਾ ਬੂਟਾ, ਸਿੱਖੀ ਦਾ ਬੀਜ ਬੀਜਣ ਵਾਲੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਬੂਟੇ ਨੂੰ ਖੂਨ ਨਾਲ ਸਿੰਜਿਆ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਨੇ। ਉਹਨਾਂ ਇਹ ਦੱਸਿਆ ਕਿ ਸ਼ਹਾਦਤਾਂ ਦਾ ਮੁੱਢ, ਇਸੇ ਕਰਕੇ ਉਹਨਾਂ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਸ਼ਬਦ ਨਾਲ, ਉਹਨਾਂ ਨੂੰ ਸ਼ਬਦ ਨਹੀਂ ਕਹਾਂਗੇ, ਉਪਾਧੀ ਨਾਲ ਨਵਾਜਦੇ ਆ ਕਿ ਕਿਸ ਤਰ੍ਹਾਂ ਸ਼ਹੀਦੀ ਪਾਈ ਜਾਂਦੀ ਹੈ। ਸ਼ਹਾਦਤਾਂ ਦਾ ਜੇਕਰ ਦੌਰ ਦੇਖਣਾ ਹੋਵੇ, ਗਿਣਤੀ ਦੇਖਣੀ ਹੋਵੇ, ਤੇ ਬੜੇ ਥੋੜੇ ਜਿਹੇ ਇਤਿਹਾਸ ਦੇ ਵਿੱਚ ਬੜੀਆਂ ਲੰਬੀਆਂ ਸ਼ਹਾਦਤਾਂ, ਬੜੀਆਂ ਲੰਬੀ ਲਿਸਟ ਜਿਹੜੀ ਆ ਉਹ ਮਿਲ ਜਾਂਦੀ ਹੈ ਸਿੱਖੀ ਦੇ ਵਿੱਚ। ਇਸ ਚੀਜ਼ ਨੂੰ ਬੇਸ਼ੱਕ ਬਾਣੇ ਦੇ ਤੌਰ ਤੇ ਅਣਗਿਣਤ ਸਿੱਖ ਹੋਣਗੇ, ਪਹਿਰਾਵੇ ਦੇ ਤੌਰ ਤੇ ਅਣਗਿਣਤ ਸਿੱਖ ਹੋਣਗੇ, ਪਰ ਪ੍ਰਵਾਨ ਸਿੱਖੀ 'ਚ ਉਸੇ ਨੂੰ ਗਿਣਿਆ ਜਾਂਦਾ ਹੈ ਜਿਹੜਾ ਸਿੱਖ ਸਿਧਾਂਤ ਤੇ, ਗੁਰਮਤ ਗਿਆਨ ਤੇ, ਗੁਰਮਤ ਸਿਧਾਂਤ ਤੇ ਪਹਿਰਾ ਦਿੰਦਿਆਂ ਕੁਰਬਾਨ ਹੁੰਦਾ ਹੈ, ਇਸ ਦੁਨੀਆ ਤੋਂ ਰੁਖਸ਼ਤ ਹੁੰਦਾ ਹੈ। ਉਦੋਂ ਤੱਕ ਗੁਰੂ ਸਾਹਿਬ ਦਾ ਫਰਮਾਨ ਵੀ ਆ, ਅਜੋ ਸੋ ਨਾਉ ਸਮੁੰਦਰ ਮੇਂ ਕਿਆ ਜਾਣੇ ਕਿਆ ਹੋਏ। ਸੋ ਇਹ ਹਾਲਾਤ ਕੁਝ ਅੱਜ ਸਿੱਖੀ ਦੇ ਵੀ ਕੁਝ ਉਸ ਤਰ੍ਹਾਂ ਦੇ ਬਣੇ ਹੋਏ ਨੇ। ਬੇਸ਼ੱਕ ਸਿੱਖੀ ਬਾਣੇ ਦੇ ਵਿੱਚ ਅਣਗਿਣਤ ਲੋਕ ਫਿਰਦੇ ਨੇ, ਉਹਨਾਂ ਨੂੰ ਅਸੀਂ ਸਿੱਖ ਨਹੀਂ ਕਹਿ ਸਕਦੇ। ਅਸਲ 'ਚ ਸਿੱਖੀ ਕੀ ਹੈ, ਇਹ ਸਿੱਖ ਗੁਰੂ ਸਾਹਿਬਾਨਾਂ ਨੇ ਤੇ ਸਿੱਖ ਸ਼ਹੀਦਾਂ ਨੇ ਦੱਸਿਆ। ਅੱਜ ਜਿਹੜਾ ਦਿਹਾੜਾ ਹੈ, ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ। ਬੇਸ਼ੱਕ ਇਹਨੂੰ ਸਮੇਂ ਦੀਆਂ ਸਰਕਾਰਾਂ ਨੇ ਕੈਲੰਡਰ ਨੂੰ ਬਦਲ ਦਿੱਤਾ ਹੈ। ਅੱਜ ਹਾਲਾਤ ਅਜਿਹੇ ਪੈਦਾ ਕਰ ਦਿੱਤੇ ਨੇ ਕਿ ਜਿਸ ਮਨੂ ਸਿਮਰਤੀ ਦੇ ਅੰਗੇਸਟ ਇੱਕ ਮੂਵਮੈਂਟ ਖੜੀ ਕਰਨ ਵਾਸਤੇ ਇਹ ਇੱਕ ਪੰਥ ਚਲਾਇਆ ਸੀ, ਅੱਜ ਸਮੇਂ ਦੀਆਂ ਸਰਕਾਰਾਂ ਨੇ ਤੇ ਮੌਜੂਦਾ ਕਮੇਟੀਆਂ ਨੇ ਜਿਹੜੀਆਂ, ਉਹ ਉਸੇ ਮਨੂ ਸਿਮਰਤੀ ਦੀ ਝੋਲੀ 'ਚ ਡਿੱਗ ਪਈਆਂ। ਉਹੀ ਪੰਡਤ, ਜਿਸ ਪੁਜਾਰੀ ਦੇ ਖਿਲਾਫ, ਮਾਫੀ ਚਾਹੁੰਦਾ, ਇਕੱਲੇ ਪੁਜਾਰੀ ਨਹੀਂ, ਜਿਸ ਸਿਸਟਮ ਦੇ ਖਿਲਾਫ ਗੁਰੂ ਸਾਹਿਬਾਨਾਂ ਨੇ ਇਹ ਮਿਸ਼ਨ ਸ਼ੁਰੂ ਕੀਤਾ ਸੀ, ਇਹ ਧਰਮ ਚਲਾਇਆ ਸੀ, ਅੱਜ ਉਸੇ ਸਿਸਟਮ ਦੇ ਵਿੱਚ ਇੱਕ ਪੁਰਜੇ ਮਨੂ ਸਿਮਰਤੀ ਤੋਂ ਜਦੋਂ ਪੁੱਛ ਕੇ ਦਿਨ ਪੁੱਛਿਆ ਜਾਂਦਾ ਹੈ ਕਿ ਅਸੀਂ ਕਿਸ ਦਿਨ ਆਪਣੇ ਗੁਰੂ ਦਾ ਦਿਹਾੜਾ ਮਨਾਈਏ, ਕਿਸ ਦਿਨ ਪ੍ਰਕਾਸ਼ ਪੁਰਬ ਮਨਾਈਏ, ਕਦੋਂ ਅਸੀਂ ਸ਼ਹੀਦੀ ਪੁਰਬ ਮਨਾਈਏ, ਤੇ ਮਨ ਨੂੰ ਦੁੱਖ ਹੁੰਦਾ ਹੈ। ਪਤਾ ਨਹੀਂ ਇਹ ਸਫ਼ਰ ਲੰਮੇਰਾ ਹੈ, ਉਹ ਸਮਾਂ ਕਦੋਂ ਆਏਗਾ ਜਦੋਂ ਅਸੀਂ ਆਪਣੇ ਗੁਰੂ ਇਤਿਹਾਸ ਨੂੰ, ਗੁਰ ਇਤਿਹਾਸ ਨੂੰ ਆਪਣੇ ਸਿਧਾਂਤ ਦੇ ਮੁਤਾਬਕ ਮਨਾਉਣਾ ਸ਼ੁਰੂ ਕਰਾਂਗੇ। ਸੋ ਇਸ ਪਾਸੇ ਨਾ ਜਾਂਦਾ ਹੋਇਆ ਅੱਜ ਅਸੀਂ ਮਨਾਉਣ ਜਾ ਰਹੇ ਹਾਂ ਪੰਚਮ ਪਾਤਸ਼ਾਹ ਦਾ ਸ਼ਹੀਦੀ ਪੁਰਬ। ਸਾਡੇ ਨਾਲ ਜੁੜ ਚੁੱਕੇ ਨੇ ਦਰਬਾਰੇ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ, ਜਿਨ੍ਹਾਂ ਨੂੰ ਬੜੇ ਲੰਬੇ ਸਮੇਂ ਤੋਂ ਗੁਰ ਇਤਿਹਾਸ ਤੇ ਗੁਰਬਾਣੀ ਵਿਚਾਰਾਂ ਦੇ ਨਾਲ ਵਿਸ਼ਵ ਭਰ ਦੇ ਸਿੱਖ ਸੁਣਦੇ ਆ ਰਹੇ ਨੇ। ਅੱਜ ਉਹ ਕੀ ਨਵਾਂ ਲੈ ਕੇ ਆਏ ਨੇ, ਸਾਨੂੰ ਕੀ ਉਪਦੇਸ਼ ਦੇਣਾ ਚਾਹੁੰਦੇ ਨੇ, ਜਾਣਨਾ ਚਾਹਾਂਗੇ ਉਹਨਾਂ ਤੋਂ। ਚੱਲਦੇ ਹਾਂ ਭਾਈ ਹਰਜਿੰਦਰ ਸਿੰਘ ਮਾਝੀ ਹੋਰਾਂ ਕੋਲ। ਮਾਝੀ ਵੀਰ, ਸਵਾਗਤ ਹੈ ਤੁਹਾਡਾ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਚਾਹੂੰਗਾ ਕਿ ਬਿਨਾਂ ਕਿਸੇ ਰਸਮੀ ਸੰਬੋਧਨਾ ਦੇ ਤੁਸੀਂ ਅੱਜ ਦੇ ਗੁਰ ਇਤਿਹਾਸ ਨੂੰ ਸਾਡੇ ਨਾਲ ਸਾਂਝਾ ਕਰੋ ਜੀ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਅੱਜ ਅਸੀਂ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਹਾਦਤ ਦੇ ਇਤਿਹਾਸ ਨੂੰ ਸੰਖੇਪ ਦੇ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰਾਂਗੇ, ਜਿਵੇਂ ਸਤਿਕਾਰਯੋਗ ਵੀਰ ਹਰਪਿੰਦਰ ਸਿੰਘ ਜੀ ਹੋਰਾਂ ਨੇ ਦੱਸਿਆ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸ਼ਹਾਦਤ ਦਾ ਜਿਹੜਾ ਵੱਖ-ਵੱਖ ਮਜ਼ਹਬਾਂ ਦੇ ਵਿੱਚ ਸ਼ਹਾਦਤ ਨੂੰ ਕਿਵੇਂ ਲਿਆ ਜਾਂਦਾ ਹੈ, ਮੈਂ ਸੰਖੇਪ ਰੂਪ ਦੇ ਵਿੱਚ ਗੱਲ ਕਰਾਂਗਾ, ਔਰ ਫਿਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਇਤਿਹਾਸ ਸੰਬੰਧੀ ਇਤਿਹਾਸ ਵਿੱਚੋਂ ਕੁਝ ਖਾਸ ਨੁਕਤਿਆਂ ਨੂੰ ਸਮਝਦੇ ਹਾਂ। ਸ਼ਹਾਦਤ ਦੇ ਮੁੱਖ ਕਾਰਨਾਂ ਦੀ ਆਪਾਂ ਗੱਲ ਕਰਾਂਗੇ। ਫਿਰ ਆਪਾਂ ਅੱਜ ਗੱਲ ਕਰਾਂਗੇ ਕਿ ਇਹ ਸ਼ਹਾਦਤ ਵਿਲੱਖਣ ਕਿਉਂ ਹੈ,
ਔਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਜਾਂਦਾ ਹੈ, ਔਰ ਇਹਦੇ ਨਾਲ ਨਾਲ ਆਪਾਂ ਆਖਰ ਤੇ ਗੱਲ ਕਰਾਂਗੇ ਕਿ ਸ਼ਹਾਦਤ ਜਿਹੜੀ ਹੈ ਉਹਦਾ ਅਸਰ ਕੀ ਹੋਇਆ, ਉਹਦਾ ਰਿਜ਼ਲਟ ਕੀ ਹੋਇਆ, ਦੁਨੀਆ ਦੇ ਵਿੱਚ ਕੀ ਫਰਕ ਪਿਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸ਼ਹਾਦਤ ਦੇ ਨਾਲ। ਸੋ ਗੁਰੂ ਸਵਾਰਿਓ, ਜਿੰਨੇ ਵੀ ਵੀਰ ਇਸ ਸੈਮੀਨਾਰ ਦੇ ਵਿੱਚ ਜੁੜੇ ਹੋਏ ਨੇ, ਨੋਟ ਕਰਿਓ ਕਿ ਦੁਨੀਆ ਦੇ ਵਿੱਚ ਸਮੇਂ-ਸਮੇਂ ਤੇ ਕੁਝ ਅਜਿਹੀਆਂ ਲਾਮਿਸਾਲ ਘਟਨਾਵਾਂ ਵਾਪਰੀਆਂ ਨੇ, ਜਿਨ੍ਹਾਂ ਘਟਨਾਵਾਂ ਨੇ ਮਨੁੱਖ ਦੇ ਮਨ ਅੰਦਰ ਜਿਉਣ ਦੇ ਨਾਲ-ਨਾਲ ਮਰਨ ਦਾ ਵੀ ਚਾਅ ਪੈਦਾ ਕੀਤਾ। ਇਹਨਾਂ ਲਾਮਿਸਾਲ ਘਟਨਾਵਾਂ ਨੂੰ ਅਸੀਂ ਸ਼ਹਾਦਤ ਦੇ ਨਾਮ ਨਾਲ ਯਾਦ ਕਰਦੇ ਹਾਂ। ਸ਼ਹਾਦਤ ਅਤੇ ਸ਼ਹੀਦ ਦੋਨੋਂ ਅਰਬੀ ਦੇ ਲਫ਼ਜ਼ ਨੇ। ਸ਼ਹਾਦਤ ਦਾ ਆਖਰੀ ਅਰਥ ਹੈ ਗਵਾਹੀ ਦੇਣੀ। ਸ਼ਹੀਦ ਕਹਿੰਦੇ ਨੇ ਗਵਾਹੀ ਦੇਣ ਵਾਲੇ ਨੂੰ, ਗਵਾਹ। ਸ਼ਹਾਦਤ ਜਿਹੜਾ ਕਨਸੈਪਟ ਹੈ, ਇਹ ਇਸਲਾਮ ਨੇ ਦੁਨੀਆ ਨੂੰ ਦਿੱਤਾ ਹੈ। ਦੁਨੀਆ ਦੇ ਬਹੁਤ ਸਾਰੇ ਮਜ਼ਹਬਾਂ ਦੇ ਵਿੱਚ ਸ਼ਹਾਦਤ ਦਾ ਸੰਕਲਪ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੈ। ਜੇ ਸੰਖੇਪ ਚ ਆਪਾਂ ਕਹੀਏ ਤਾਂ ਇਸਲਾਮ ਦੇ ਵਿੱਚ ਸ਼ਹੀਦ ਦਾ ਬੜਾ ਸਤਿਕਾਰ ਹੈ। ਉਹਨਾਂ ਲੋਕਾਂ ਦਾ ਮੰਨਣਾ ਹੈ ਕਿ ਸ਼ਹੀਦ ਇੰਨੇ ਪਵਿੱਤਰ ਹੁੰਦੇ ਨੇ ਕਿ ਉਹਨਾਂ ਨੂੰ ਹਜ਼ਰਤ ਮੁਹੰਮਦ ਸਾਹਿਬ ਦੀ ਗਵਾਹੀ ਦੀ ਵੀ ਕੋਈ ਲੋੜ ਨਹੀਂ ਪੈਂਦੀ। ਹਾਲਾਂਕਿ ਇਸਲਾਮ ਦੇ ਪਵਿੱਤਰ ਗ੍ਰੰਥ ਕੁਰਾਨ ਦੇ ਵਿੱਚ ਕਿਤੇ ਵੀ ਸ਼ਹੀਦ ਲਫ਼ਜ਼ ਲਿਖਿਆ ਨਹੀਂ ਮਿਲਦਾ। ਹਦੀਸਾਂ ਦੇ ਵਿੱਚ ਸ਼ਹੀਦ ਲਫ਼ਜ਼ ਦੀ ਵਰਤੋਂ ਹੈ ਜਿਹੜੀ ਕੀਤੀ ਗਈ ਹੈ। ਔਰ ਇਸਲਾਮ ਦੇ ਵਿੱਚ ਇਸ ਤਰ੍ਹਾਂ ਹੈ ਕਿ ਜੇ ਕੋਈ ਨੇਕ ਇਨਸਾਨ ਮਰ ਜਾਂਦਾ ਹੈ, ਭਾਵੇਂ ਉਹ ਬਿਮਾਰੀ ਨਾਲ ਵੀ ਕਿਉਂ ਨਾ ਚੜ੍ਹਾਈ ਕਰ ਜਾਵੇ, ਕਈ ਵਾਰੀ ਉਹਨੂੰ ਫਿਰ ਵੀ ਸ਼ਹੀਦ ਮੰਨ ਲਿਆ ਜਾਂਦਾ ਹੈ। ਔਰ ਇਹਦੇ ਨਾਲ ਨਾਲ ਜੇ ਮੈਦਾਨੇ ਜੰਗ ਵਿੱਚ ਮੰਨ ਲਓ ਕਿ ਕਿਸੇ ਦੀ ਬਾਂਹ ਕੱਟੀ ਗਈ ਤਾਂ ਉਹ ਕਹਿੰਦੇ ਆ ਕਿ ਇਹਦੀ ਬਾਂਹ ਸ਼ਹੀਦ ਹੋ ਗਈ। ਜੇ ਕਿਸੇ ਦਾ ਦੰਦ ਟੁੱਟ ਗਿਆ ਤਾਂ ਇਹਨੂੰ ਕਿਹਾ ਜਾਂਦਾ ਕਿ ਦੰਦ ਸ਼ਹੀਦ ਹੋ ਗਿਆ। ਜਿਹਦੀ ਇੱਕ ਉਦਾਹਰਣ ਹੈ, ਜਦੋਂ ਜੰਗੇ ਉਹਦ ਦੇ ਵਿੱਚ ਉਮੈਦ ਬਿਨ ਕਮਈਆ ਨੇ ਹਜ਼ਰਤ ਮੁਹੰਮਦ ਸਾਹਿਬ ਤੇ ਤਲਵਾਰ ਮਾਰੀ ਸੀਗੀ ਤਾਂ ਮੁਹੰਮਦ ਸਾਹਿਬ ਹੇਠਾਂ ਡਿੱਗ ਪਏ। ਉਹ ਆਪਣਾ ਸਾਹ ਘਸੀਟ ਕੇ ਪੈ ਗਏ। ਤਾਂ ਪੁਰਾਣੇ ਸਮਿਆਂ ਦੇ ਵਿੱਚ ਇਹ ਤਰੀਕਾ ਅਪਣਾਇਆ ਜਾਂਦਾ ਸੀ ਕਿ ਜਦੋਂ ਕੋਈ ਏਦਾਂ ਲੱਗਦਾ ਕਿ ਇਹ ਬੰਦਾ ਮਰ ਚੁੱਕਿਆ ਤਾਂ ਜਿਹੜਾ ਵਿਰੋਧੀ ਹੁੰਦਾ ਸੀ ਉਹ ਉਹਦਾ ਆਮ ਤੌਰ ਤੇ ਦੰਦ ਤੋੜ ਕੇ ਵੇਖਦਾ ਸੀ, ਕਿਸੇ ਤਿੱਖੇ ਹਥਿਆਰ ਦੀ ਵਰਤੋਂ ਕਰਕੇ ਜਾਂ ਪੱਥਰ ਦੀ ਵਰਤੋਂ ਕਰਕੇ, ਇਹ ਸੱਚਮੁੱਚ ਮਰ ਚੁੱਕੇ ਆ ਜਾਂ ਇਹ ਡਰਾਮਾ ਕਰ ਰਿਹਾ। ਤਾਂ ਫਿਰ ਜਦੋਂ ਉਹਨਾਂ ਦਾ ਦੰਦ ਤੋੜ ਕੇ ਵੇਖਿਆ ਗਿਆ, ਹਜ਼ਰਤ ਮੁਹੰਮਦ ਸਾਹਿਬ ਹਾਲਾਂਕਿ ਠੀਕ ਠਾਕ ਸੀਗੇ ਪਰ ਉਹ ਹਿੱਲੇ ਨਹੀਂ। ਤਾਂ ਇਹਦਾ ਜ਼ਿਕਰ ਬਹੁਤ ਫੇਮਸ ਹੈ, ਹੀਰ ਜਿਹੜੀ ਵਾਰਿਸ ਸ਼ਾਹ ਨੇ ਲਿਖੀ ਹੈ, ਉਹਦੇ ਮੈਂ ਸਿਰਫ ਇੱਕੋ ਲਾਈਨ ਕਹਾਂਗਾ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਵਾਰਿਸ ਨਬੀ ਦਾ ਦੰਦ ਸ਼ਹੀਦ ਹੋਇਆ, ਤਕਦੀਰ ਨਾ ਕਿਸੇ ਤੋਂ ਹਟਦੀ ਹੈ। ਮੇਰਾ ਮਤਲਬ ਹੈ ਕਿ ਜੇ ਦੰਦ ਟੁੱਟ ਗਿਆ ਤਾਂ ਦੰਦ ਸ਼ਹੀਦ ਹੋ ਗਿਆ, ਜੇ ਬਾਂਹ ਟੁੱਟ ਗਈ ਤਾਂ ਬਾਂਹ ਸ਼ਹੀਦ ਹੋ ਗਈ, ਲੱਤ ਟੁੱਟ ਗਈ ਤਾਂ ਲੱਤ ਸ਼ਹੀਦ ਹੋ ਗਈ। ਇਸ ਤਰ੍ਹਾਂ ਦਾ ਇਸਲਾਮ ਦੇ ਵਿੱਚ ਸ਼ਹੀਦਾਂ ਨੂੰ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਸ਼ਹੀਦ ਦੇ ਕਰਬਲਾ, ਸ਼ਹੀਦ ਦੇ ਵਤਨ, ਸ਼ਹੀਦ ਦੇ ਮੁਹੱਬਤ, ਸ਼ਹੀਦ ਦੇ ਆਜਮ, ਇਸ ਤਰ੍ਹਾਂ ਦੇ ਨਾਲ। ਇਸੇ ਤਰ੍ਹਾਂ ਈਸਾਈ ਲੋਕ ਜਿਹੜੇ ਨੇ ਉਹ ਵੀ ਸ਼ਹਾਦਤ ਨੂੰ ਮੁਕਤੀ ਦਾ ਪਿਆਲਾ ਦੱਸਦੇ ਆ। ਉਹਨਾਂ ਦਾ ਮੰਨਣਾ ਹੈ ਕਿ ਸ਼ਹੀਦ ਪ੍ਰਮਾਤਮਾ ਦੇ ਅਜਿਹੇ ਪਹਿਲਵਾਨ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਖੁਦ ਆ ਕੇ ਦਰਗਾਹ ਦੇ ਦਰਵਾਜ਼ੇ ਤੇ ਅੰਦਰ ਆਉਣ ਲਈ ਨਿਵਾਜਦਾ ਹੈ। ਬੜਾ ਮਾਨ ਸਨਮਾਨ ਸ਼ਹੀਦਾਂ ਦਾ ਹੁੰਦਾ ਹੈ। ਜਿੱਥੋਂ ਤੱਕ ਅਸੀਂ ਏਸ਼ੀਆ ਮਹਾਦੀਪ ਦੀ ਗੱਲ ਕਰਦੇ ਹਾਂ, ਏਸ਼ੀਆ ਮਹਾਦੀਪ ਦੇ ਵਿੱਚ ਗੁਰਮਤ ਦੇ ਉੱਚੇ ਸੁੱਚੇ ਰੂਹਾਨੀ ਫਲਸਫੇ ਤੋਂ ਪਹਿਲਾਂ ਸ਼ਹਾਦਤ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਹਾਲਾਂਕਿ ਇੱਥੇ ਬਹੁਤ ਸਾਰੇ ਧਰਮ ਗ੍ਰੰਥ ਪਹਿਲਾਂ ਤੋਂ ਮੌਜੂਦ ਨੇ। ਜੇ ਆਪਾਂ ਭਾਰਤ ਦੀ ਵੀ ਗੱਲ ਕਰੀਏ ਤਾਂ 4 ਵੇਦ, 6 ਸ਼ਾਸਤਰ, 27 ਸਿਮਰਤੀਆਂ, 18 ਪੁਰਾਣਾ ਸਮੇਤ ਸਿਮਰਤੀਆਂ ਹੈਗੀਆਂ ਨੇ, ਉਪਨਿਸ਼ਦ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ ਧਰਮ ਗ੍ਰੰਥ ਨੇ। ਪਰ ਇਹਨਾਂ ਸਾਰੇ ਸਤਿਕਾਰਤ ਧਰਮ ਗ੍ਰੰਥਾਂ ਦੇ ਵਿੱਚ ਕਿਤੇ ਇੱਕ ਵਾਰ ਵੀ ਸਾਨੂੰ ਸ਼ਹੀਦ ਜਾਂ ਸ਼ਹਾਦਤ ਲਫ਼ਜ਼ ਲਿਖਿਆ ਨਹੀਂ ਮਿਲਦਾ। ਇੱਥੇ ਇੱਕ ਬਲੀ ਲਫ਼ਜ਼ ਮਿਲਦਾ ਹੈ ਜਿਹੜਾ ਕਿ ਬਹੁਤ ਨੀਵੇਂ ਪੱਧਰ ਦਾ ਲਫ਼ਜ਼ ਹੈ। ਭਾਵੇਂ ਕਿ ਅੱਜ ਸਾਡੇ ਗੁਰਦੁਆਰਿਆਂ ਦੇ ਵਿੱਚ ਵੀ ਕਈ ਸੱਜਣ ਇਹ ਲਫ਼ਜ਼ ਦੀ ਵਰਤੋਂ ਕਰਦੇ ਨੇ ਕਿ ਜਿਵੇਂ ਗੁਰੂ ਸਾਹਿਬ ਨੇ ਬਲੀਦਾਨ ਦਿੱਤਾ। ਬਲੀਦਾਨ ਲਫ਼ਜ਼ ਹੈ ਜਿਹੜਾ ਉਹ ਬਹੁਤ ਨੀਵੇਂ। ਜੇ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਜਾਂ 9ਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ
ਕਿਸੇ ਸਿੱਖ ਦੀ ਸ਼ਹਾਦਤ ਨੂੰ ਬਲੀਦਾਨ ਕਹਿੰਦੇ ਆ ਤਾਂ ਮੈਨੂੰ ਲੱਗਦਾ ਕਿ ਅਸੀਂ ਉਹਨਾਂ ਦੀ ਸ਼ਹਾਦਤ ਦਾ ਅਪਮਾਨ ਕਰਦੇ। ਵੈਸੇ ਇਹ ਜਿੰਨਾ ਵੀ ਬਲੀਆਂ ਦਾ ਚੱਕਰ ਹੈ ਇਹ ਸਾਰਾ ਯਜੁਰਵੇਦ ਕਰਕੇ ਹੈ। ਬੜੀ ਹੈਰਾਨਗੀ ਹੋਊਗੀ ਕਈ ਵੀਰਾਂ ਨੂੰ ਕਿ ਜਿਹੜੀਆਂ ਬਲੀਆਂ ਨੇ ਉਹਦੇ ਵਿੱਚ ਯਜੁਰਵੇਦ ਦੇ ਵਿੱਚ ਗਊ ਮੇਦ ਜੱਗ ਦਾ ਜ਼ਿਕਰ ਵੀ ਹੈ ਕਿ ਗਊ ਦੀ ਬਲੀ ਤੁਸੀਂ ਦੇਣੀ ਕਿਵੇਂ ਹੈ, ਇਹ ਤਰੀਕਾ ਵੀ ਜਿਹੜਾ ਉੱਥੇ ਦੱਸਿਆ ਹੋਇਆ। ਖੈਰ ਗੁਰਬਾਣੀ ਦੇ ਵਿੱਚ ਵੀ ਭਗਤ ਕਬੀਰ ਸਾਹਿਬ ਨੇ ਇਹ ਜ਼ਿਕਰ ਕੀਤਾ ਕਿ ਇੱਥੋਂ ਦੇ ਲੋਕਾਂ ਦੀ ਹਾਲਤ ਐਸੀ ਹੈ, ਸਰਜੀਓ ਕੱਟ ਹੈ ਨਿਰਜੀਓ ਪੂਜੈ, ਕਿ ਇਸ ਸੰਜੀਵ ਵਸਤੂਆਂ ਨੂੰ ਸਾਹ ਲੈਣ ਵਾਲੀਆਂ ਚੀਜ਼ਾਂ ਨੂੰ ਕੱਟ ਦਿੰਦੇ ਆ, ਨਿਰਜੀਵਾਂ ਦੇ ਅੱਗੇ ਪੱਥਰਾਂ ਦੇ ਅੱਗੇ ਬਲੀਆਂ ਦੇਣ ਦਾ ਜਿਹੜਾ ਰਿਵਾਜ ਇਸ ਤਰ੍ਹਾਂ ਦਾ ਰਿਹਾ ਹੈ। ਤਾਂ ਜਿੱਥੋਂ ਤੱਕ ਸ਼ਹਾਦਤ ਜਾਂ ਸ਼ਹੀਦ ਦੀ ਗੱਲ ਹੈ, ਸ਼ਹੀਦੀ ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਅਸੀਂ ਸਿੱਧਾ ਆਪਾਂ ਸੰਖੇਪ ਦੇ ਵਿੱਚ ਆਉਂਦੇ ਹਾਂ ਗੁਰਮਤਿ ਦੇ ਵਿੱਚ, ਧਰਮ ਦੇ ਵਿੱਚ, ਸਿੱਖ ਧਰਮ ਵਿੱਚ ਕਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ 2 ਵਾਰ ਸ਼ਹੀਦ ਲਫ਼ਜ਼ ਸਾਨੂੰ ਲਿਖਿਆ ਮਿਲਦਾ ਹੈ। ਪਹਿਲੀ ਵਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਪਾਵਨ ਅੰਕ ਹੈ 53, ਜਦੋਂ ਗੁਰੂ ਨਾਨਕ ਸਾਹਿਬ ਰਹਿਮਤ ਕਰਦੇ ਨੇ, ਪੀਰ ਪੈਗੰਬਰ ਸਾਲਕ ਸਾਧਕ ਸੋਧੇ ਔਰ ਸ਼ਹੀਦ। ਇਸੇ ਤਰ੍ਹਾਂ ਭਗਤ ਰਵਿਦਾਸ ਸਾਹਿਬ ਮਹਾਰਾਜ ਨੇ ਸ਼ਹੀਦ ਲਫ਼ਜ਼ ਜਿਹੜਾ ਵਰਤਿਆ 1293 ਅੰਕ ਦੇ ਉੱਪਰ ਹੈ, ਜਿਹਦੇ ਵਿੱਚ ਭਗਤ ਜੀ ਕਹਿੰਦੇ ਨੇ, ਜਾ ਕੇ ਈਦ ਬਕਰੀਦ ਕੁਲ ਗਊਰੇ ਵੱਧ ਕਰੇ ਮਾਨੀਏ ਸੇਖ ਸ਼ਹੀਦ ਪੀਰਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਇੱਕ ਪੰਕਤੀ ਦੇ ਵਿੱਚ ਸ਼ਹੀਦ ਦੇ 2 ਵੱਡੇ ਗੁਣ ਦਾ ਜ਼ਿਕਰ ਕੀਤਾ ਹੈ ਕਿ ਸ਼ਹੀਦ ਦੇ ਵਿੱਚ 2 ਵੱਡੇ ਗੁਣ ਹੁੰਦੇ ਨੇ ਔਰ 2 ਵੱਡੇ ਔਗਣ ਜਿਹੜੇ ਉਹ ਬਿਲਕੁਲ ਵੀ ਨਹੀਂ ਹੁੰਦੇ। ਪਹਿਲਾ ਵੱਡਾ ਉਹ ਕਹਿੰਦੇ ਨੇ, ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਸ਼ਹੀਦ ਦੇ ਵਿੱਚ ਸਬਰ ਹੁੰਦਾ ਹੈ ਤੇ ਸ਼ਹੀਦ ਜਿਹੜਾ ਸਿਰ ਵਾਲਾ ਹੁੰਦਾ ਹੈ, ਸਿਦਕ ਵਾਲਾ ਹੁੰਦਾ ਹੈ, ਔਰ ਨਾ ਉਹ ਕਿਸੇ ਭੁਲੇਖੇ ਵਿੱਚ ਹੁੰਦਾ, ਭਰਮ ਵਿੱਚ ਨਹੀਂ ਹੁੰਦਾ ਤੇ ਨਾ ਕਿਸੇ ਕਿਸਮ ਦੇ ਡਰ ਵਿੱਚ ਹੁੰਦਾ। ਜਿੱਥੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਸ਼ਹਾਦਤਾਂ ਦੀ, ਕਿ ਸ਼ਹਾਦਤ ਦਾ ਸੰਕਲਪ ਤਾਂ ਭਾਵੇਂ ਇਸਲਾਮ ਨੇ ਦੁਨੀਆ ਨੂੰ ਦਿੱਤਾ, ਫਿਰ ਸਿੱਖ ਧਰਮ ਨੇ ਸ਼ਹਾਦਤ ਦੇ ਵਿੱਚ ਕਿਹੜਾ ਰੰਗ ਭਰਿਆ, ਜਾਂ ਇਹ ਕਹਿ ਲਓ ਕਿ ਸਿੱਖ ਸ਼ਹਾਦਤਾਂ ਜਿਹੜੀਆਂ ਨੇ ਬਾਕੀ ਸ਼ਹਾਦਤਾਂ ਨਾਲੋਂ ਕਿਵੇਂ ਵੱਖਰੀਆਂ ਨੇ। ਸ਼ਹਾਦਤ ਗੁਰੂ ਸਵਾਰਿਓ ਕਿ ਇਹਦੀ ਜਿਹੜੀ ਸ਼ੁਰੂਆਤ ਹੈ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਕਤ ਤੋਂ ਹੋਈ। ਪਹਿਲੇ ਸਿੱਖ ਸ਼ਹੀਦ ਭਾਈ ਤਾਰੂ ਪੋਪਟ ਜੀ, ਜਿਨ੍ਹਾਂ ਨੂੰ ਤਾਰਾ ਪੋਪਟ ਜੀ ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਜ਼ਿਕਰ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸਿੱਖਾਂ ਦਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਜਿਹੜੀ ਵਾਰ ਹੈ ਉਹਦੇ ਵਿੱਚ, ਤਾਂ ਉੱਥੇ ਉਹ ਕਹਿੰਦੇ ਨੇ, ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਈ ਉਦਾਸੀ। ਪਹਿਲੇ ਸਿੱਖ ਸ਼ਹੀਦ ਜਿਹੜੇ ਭਾਈ ਤਾਰੂ ਪੋਪਟ ਜੀ ਹੁੰਦੇ ਨੇ। ਔਰ ਸ਼ਹੀਦਾਂ ਦੇ ਸਰਤਾਜ ਲਫ਼ਜ਼ ਅਸੀਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਲਈ ਵਰਤਦੇ ਹਾਂ। ਉਹ ਵਰਤਦੇ ਕਿਉਂ, ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਤਾਂ ਜਿਹੜਾ ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸ਼ਹਾਦਤ ਨੂੰ ਅਸੀਂ ਮਨਾ ਰਹੇ ਹਾਂ, ਬਈ ਕਿਹੜੇ ਉਹ ਕਾਰਨ ਨੇ ਜਿਨ੍ਹਾਂ ਕਾਰਨਾਂ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸ਼ਹਾਦਤ ਹੋਈ, ਆਪਾਂ ਇਹਦੇ ਤੇ ਸੰਖੇਪ ਰੂਪ ਦੇ ਵਿੱਚ ਜਿਹੜੀ ਗੱਲ ਆ ਉਹ ਰੱਖਣੀ ਹੈ। ਪਹਿਲਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸ਼ਹਾਦਤ, ਸਭ ਤੋਂ ਅਹਿਮ ਗੱਲ ਜਿਹੜੀ ਹੈ ਇਹ ਸਾਨੂੰ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸੱਚ ਦੇ ਰਸਤੇ ਤੇ ਚੱਲਦਿਆਂ ਸ਼ਹਾਦਤ ਵਾਲਾ ਮਾਹੌਲ ਬਣਿਆ ਹੀ ਰਹਿੰਦਾ ਹੈ। ਗੁਰਬਾਣੀ ਦਾ ਫੈਸਲਾ ਹੈ, ਜੇ ਕੋ ਬੋਲਿਆ ਸੱਚ ਕੂੜਾ ਜਲ ਜਾਵੇ। ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦ੍ਰਿੜਤਾ ਦੇ ਨਾਲ ਡਟ ਕੇ ਪਹਿਰਾ ਦੇ ਰਹੇ ਨੇ ਸੱਚ ਤੇ, ਤਾਂ ਯਕੀਨੀ ਹੈ ਕਿ ਉਹਨਾਂ ਦੀ ਸ਼ਹਾਦਤ ਹੋ ਸਕਦੀ ਹੈ, ਕਿਸੇ ਵੀ ਮੋੜ ਤੇ ਹੋ ਸਕਦੀ ਹੈ। ਪਰ ਇਹ ਸੁਣਦੇ ਹੀ ਸਾਰੇ ਵੀਰਾਂ ਦੇ ਮਨ ਵਿੱਚ ਇਹ ਖਿਆਲ ਆਊਗਾ ਕਿ ਪਹਿਲੇ 4 ਪਾਤਸ਼ਾਹਾਂ ਦੀ ਸ਼ਹਾਦਤ ਜਿਹੜੀ ਹੈ ਉਹ ਕਿਉਂ ਨਾ ਹੋਈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਵੀ ਘੱਟ ਸੱਚ ਨਹੀਂ ਬੋਲਿਆ, ਸੱਚ ਦੇ ਵਿੱਚ ਨੂੰ ਸਮਰਪਿਤ ਹੋ ਕੇ ਜੋਏ। ਪਰ ਸ਼ਹਾਦਤ ਜਿਹੜੀ ਹੈ ਉਹ ਜਾ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਹੁੰਦੀ ਹੈ। ਇਹਦਾ ਇਤਿਹਾਸਕ ਕਾਰਨ ਇਹ ਹੈ, ਨੋਟ ਕਰਿਓ, ਇਹ ਬਾਬਰ ਕੇ ਤੇ ਬਾਬੇ ਕਿਆਂ ਦੀ ਜਿਹੜੀ ਫਸਵੀਂ ਟੱਕਰ ਹੈ ਸਨ 1521 ਤੋਂ ਐਮਨਾਬਾਦ ਦੀ ਧਰਤੀ ਤੋਂ ਸ਼ੁਰੂ ਹੁੰਦੀ ਹੈ।
ਇੱਕ ਪਾਸੇ ਬਾਬਰ ਸਮਾਜ ਦੇ ਵਿੱਚ ਗੰਦ ਪਾ ਰਿਹਾ ਹੈ, ਇਸ ਪਏ ਹੋਏ ਗੰਦ ਨੂੰ ਸਾਫ਼ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਬਾਬੇ ਦੀ ਲੱਗਦੀ ਹੈ। ਇੱਕ ਪਾਸੇ ਬਾਬਰ ਤਲਵਾਰ ਦੇ ਜ਼ੋਰ ਨਾਲ ਲੋਕਾਂ ਦੇ ਤਨਾਂ ਤੇ ਰਾਜ ਕਰਦਾ ਹੈ, ਦੂਜੇ ਪਾਸੇ ਬਾਬਾ ਪ੍ਰੇਮ ਤੇ ਵਿਚਾਰ ਦੇ ਜ਼ੋਰ ਨਾਲ ਲੋਕਾਂ ਦੇ ਮਨਾਂ ਤੇ ਰਾਜ ਕਰਦਾ ਹੈ। ਜਿਉਂ-ਜਿਉਂ ਬਾਬਰ ਦਾ ਰਾਜ ਭਾਗ ਵੱਧਦਾ ਜਾਂਦਾ ਹੈ, ਤਿਉਂ-ਤਿਉਂ ਬਾਬੇ ਕਿਆਂ ਦੀ ਜਥੇਬੰਦੀ ਜਿਹੜੀ ਹੈ ਉਹ ਮਜ਼ਬੂਤ ਹੁੰਦੀ ਜਾਂਦੀ ਹੈ। ਤੁਸੀਂ ਵੇਖੋ ਕਿ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿਤ ਕੁੱਤਿਓ ਚੱਟ ਜਾਓ ਵਰਗੇ ਮਹਾਨ ਕ੍ਰਾਂਤੀਕਾਰੀ ਜ਼ੁਰਤ ਭਰਪੂਰ ਬਚਨ ਬਖਸ਼ਦੇ ਨੇ, ਜਦੋਂ ਵਕਤ ਦੇ ਹਾਕਮ ਨੂੰ, ਉਸ ਹੁਕਮਰਾਨ ਨੂੰ ਜਿਹਨੂੰ ਦੁਨੀਆ ਦੇ ਵਿੱਚ ਰਾਜਾ ਬਣਾ ਕੇ ਰੱਬ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਦਿੱਲੀ ਦੇ ਵਿੱਚ ਇਹ ਕਹਾਵਤ ਪ੍ਰਚਲਿਤ ਰਹੀ ਹੈ, ਦਾ ਲੀਸਬਰੋ ਵਾ ਈਸਬਰੋ, ਜਿਹਦਾ ਮਤਲਬ ਹੈ ਦਿੱਲੀ ਦਾ ਰਾਜਾ ਹੀ ਰੱਬ ਹੈ। ਜਦੋਂ ਲੋਕ ਰਾਜੇ ਨੂੰ ਰੱਬ ਬਣਾ ਕੇ ਪੇਸ਼ ਕਰ ਰਹੇ ਹੋਣ, ਧਰਮ ਦੇ ਅਖੌਤੀ ਠੇਕੇਦਾਰ ਇਹ ਕਹਿ ਰਹੇ ਹੋਣ ਕਿ ਰਾਜਾ ਜਿਹੜਾ ਉਹ ਨੇਕਲੰਕ ਹੁੰਦਾ ਹੈ, ਰਾਜੇ ਦਾ ਹੁਕਮ ਮੰਨਣਾ ਰੱਬ ਦਾ ਹੁਕਮ ਮੰਨਣਾ, ਇਹੋ ਜਿਹੇ ਹਾਲਾਤਾਂ ਵਿੱਚ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਬਖਸ਼ ਰਹੇ ਨੇ ਕਲ ਕਾਤੀ ਰਾਜੇ ਕਸਾਈ। ਰਾਜਿਆਂ ਨੂੰ ਕਸਾਈ ਕਹਿਣ ਵਾਲਾ ਬਾਬਾ ਨਾਨਕ ਕਦੇ ਵੀ ਪਸੰਦ ਨਹੀਂ ਸੀ ਆ ਸਕਦਾ। ਨੋਟ ਕਰਿਓ, ਸਮਾਜ ਦੇ ਜਿਹੜੇ ਦੋ ਵਰਗ ਨੇ ਉਹਨਾਂ ਨੂੰ ਸਿੱਖੀ ਹਮੇਸ਼ਾ ਰੜਕਦੀ ਰਹੀ ਹੈ, ਉਹ ਹਮੇਸ਼ਾ ਸਿੱਖੀ ਦੇ ਖਿਲਾਫ ਰਹੇ ਨੇ, ਇੱਕ ਬਾਬਰ ਤੇ ਦੂਜਾ ਬਿੱਪਰ। ਬਾਬਰ ਦਾ ਮਤਲਬ ਵਕਤ ਦਾ ਹੁਕਮਰਾਨ, ਬਿੱਪਰ ਤੋਂ ਮੁਰਾਦ ਧਰਮ ਦਾ ਅਖੌਤੀ ਠੇਕੇਦਾਰ। ਜਦੋਂ ਗੁਰੂ ਨਾਨਕ ਸਾਹਿਬ ਰਾਜਨੀਤਿਕਾਂ ਨੂੰ ਕਹਿ ਰਹੇ ਨੇ ਉਹ ਤਕਲੀਫ ਦੇ ਵਿੱਚ ਨੇ, ਤਾਂ ਮੇਰੇ ਮਾਲਕ ਸੱਚੇ ਪਾਤਸ਼ਾਹ ਵਕਤ ਦੇ ਧਰਮ ਦੇ ਠੇਕੇਦਾਰਾਂ ਦੀ ਹਕੀਕਤ ਦੁਨੀਆ ਦੇ ਸਾਹਮਣੇ ਰੱਖਦੇ ਨੇ। ਜਦੋਂ ਮਹਾਰਾਜ ਕਹਿੰਦੇ ਨੇ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਹਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਹ ਜਾੜੇ ਕਾ ਬੰਦ, ਤਾਂ ਵਕਤ ਦੇ ਧਰਮ ਦੇ ਠੇਕੇਦਾਰ ਤਕਲੀਫ ਦੇ ਵਿੱਚ ਆਉਂਦੇ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਬਾਬਰ ਨੇ ਵੀ ਕੈਦ ਕੀਤਾ, ਪਰ ਇਤਿਹਾਸਕ ਕਾਰਨ ਇਹ ਹੈ ਕੋਈ ਇਸ ਕਿਸਮ ਦਾ ਜਿਹੜਾ ਭਾਣਾ ਵੱਡਾ ਨਾ ਵਾਪਰ ਸਕਿਆ। ਉਹਦਾ ਕਾਰਨ ਹੈ ਕਿ ਬਾਬਰ ਦਾ ਜਿਹੜਾ ਬਹੁਤਾ ਸਮਾਂ ਉਹ ਆਪਣਾ ਰਾਜ ਭਾਗ ਨੂੰ ਪੱਕੇ ਪੈਰੀ ਕਰਨ ਤੇ ਲਾਉਂਦਾ ਰਿਹਾ। ਰਾਜ ਭਾਗ ਅਜੇ ਪੱਕੇ ਪੈਰੀ ਨਹੀਂ ਸੀ ਹੋਇਆ ਕਿ 26 ਜਨਵਰੀ 1530 ਨੂੰ ਬਾਬਰ ਦੀ ਮੌਤ ਹੋ ਗਈ। ਬਾਬਰ ਦੀ ਮੌਤ ਤੋਂ ਬਾਅਦ ਹਿਮਾਯੂ ਤਖਤ ਤੇ ਆਇਆ। ਮੈਂ ਸੰਖੇਪ ਜਿਹਾ ਕਹਿ ਰਿਹਾ ਪਿੱਛੋਂ ਤੋਂ ਥੋੜਾ ਜਿਹਾ। ਹਿਮਾਯੂ ਸ਼ਬਦ ਦਾ ਅਖਰੀ ਅਰਥ ਹੁੰਦਾ ਹੈ ਖੁਸ਼ਕਿਸਮਤ। ਇੱਕ ਬੜਾ ਪ੍ਰਸਿੱਧ ਇਤਿਹਾਸਕਾਰ ਹੈ ਲੇਨੂ ਪੂਲ, ਉਹ ਹਿਮਾਯੂ ਬਾਰੇ ਲਿਖਦਾ ਹੈ, ਕਹਿੰਦਾ ਹਿਮਾਯੂ ਨਾਂ ਦਾ ਹੀ ਖੁਸ਼ਕਿਸਮਤ ਸੀ, ਅਸਲ ਵਿੱਚ ਇਹਦੇ ਵਰਗਾ ਬਦਕਿਸਮਤ ਬੰਦਾ ਕੋਈ ਨਹੀਂ ਸੀ। ਕਿਉਂਕਿ ਪਹਿਲਾਂ ਤਾਂ ਹਿਮਾਯੂ ਨੂੰ ਬਹਾਦਰ ਸ਼ਾਹ ਨੇ, ਗੁਜਰਾਤ ਦੇ ਬਹਾਦਰ ਸ਼ਾਹ ਨੇ ਵਕਤ ਪਾਈ ਰੱਖਿਆ। ਬਾਅਦ ਦੇ ਵਿੱਚ ਸ਼ੇਰ ਸ਼ਾਹ ਸੂਰੀ ਨੇ ਇਹਨੂੰ ਹਰਾ ਕੇ ਭਾਰਤ ਛੱਡਣ ਦੇ ਲਈ ਮਜਬੂਰ ਕਰ ਦਿੱਤਾ ਸੀ। ਪਹਿਲੀ ਸ਼ਹਾਦਤ ਜਿਹੜੀ ਗੁਰੂ ਪੀਰੀਅਡ ਦੇ ਵਿੱਚ 30 ਮਈ ਸਨ 1606 ਦੀ ਪੰਚਮ ਪਾਤਸ਼ਾਹ ਦੀ ਹੈ। ਪਰ ਇਹ ਸਾਨੂੰ ਨੁਕਤਾ ਸਮਝਣਾ ਪਊਗਾ ਕਿ ਇਸ ਤੋਂ ਪਹਿਲਾਂ ਵੀ ਸਨ 1540 ਦੇ ਵਿੱਚ ਵੀ ਇੱਕ ਵਾਰ ਸ਼ਹਾਦਤ ਵਾਲਾ ਮਾਹੌਲ ਬਣ ਗਿਆ ਸੀ। ਜਦੋਂ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਹਿਮਾਯੂ ਖੰਡੂਰ ਸਾਹਿਬ ਦੇ ਵਿੱਚੋਂ ਦੀ ਗੁਜ਼ਰ ਰਿਹਾ ਸੀ, ਤਾਂ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਬੱਚਿਆਂ ਦੀਆਂ ਖੇਡਾਂ ਕਰਵਾ ਰਹੇ ਸੀ। ਕੁਝ ਵਿਦਵਾਨਾਂ ਨੇ ਲਿਖਿਆ ਕਿ ਬੱਚਿਆਂ ਨੂੰ ਪੜ੍ਹਾ ਰਹੇ ਸੀ। ਬੜੀ ਸਪਸ਼ਟ ਜੀ ਗੱਲ ਹੈ ਕਿ ਕੁਝ ਸਮਾਂ ਗੁਰੂ ਪਾਤਸ਼ਾਹ ਨੇ ਖਿਡਾਉਣ ਵਾਸਤੇ ਤੇ ਕੁਝ ਪੜ੍ਹਾਉਣ ਵਾਸਤੇ ਰੱਖਿਆ ਹੋਵੇਗਾ। ਤਾਂ ਜਦੋਂ ਹਿਮਾਯੂ ਖੰਡੂਰ ਸਾਹਿਬ ਦੇ ਵਿੱਚੋਂ ਦੀ ਗੁਜ਼ਰ ਰਿਹਾ, ਇਹਨੂੰ ਇਹ ਸੀ ਕਿ ਮੇਰਾ ਸਪੈਸ਼ਲੀ ਸਵਾਗਤ ਕਰਨਗੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਮੈਂ ਜਾਵਾਂਗਾ ਉੱਥੇ। ਪਰ ਗੁਰੂ ਜੀ ਨੇ ਕੋਈ ਧਿਆਨ ਨਾ ਦਿੱਤਾ। ਇਹ ਇੰਨਾ ਕ੍ਰੋਧਿਤ ਹੋਇਆ ਕਿ ਆਪਣਾ ਹੱਥ ਤਲਵਾਰ ਦੇ ਮੁੱਠੇ ਤੇ ਲੈ ਗਿਆ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਬਿਲਕੁਲ ਨੇੜੇ ਪਹੁੰਚਿਆ, ਤਾਂ ਦੂਜੇ ਪਾਤਸ਼ਾਹ ਨੇ ਆਪਣਾ ਧਿਆਨ ਬੱਚਿਆਂ ਤੋਂ ਹਟਾ ਕੇ ਇਹਦੇ ਵੱਲ ਕੀਤਾ ਤੇ ਇਹਨੂੰ ਖਰੀਆਂ ਸੁਣਾਈਆਂ। ਹੁਣ ਤੁਸੀਂ ਵੇਖੋ ਕਿ ਜਦੋਂ ਗੁਰੂ ਅੰਗਦ ਸਾਹਿਬ ਇਸ ਤਰ੍ਹਾਂ ਬੈਠ ਕੇ ਬੱਚਿਆਂ ਨੂੰ ਵੇਖ ਰਹੇ ਹੋਣਗੇ, ਤਾਂ ਉਸ ਵਕਤ ਯਕਦਮ ਕੋਈ ਤਲਵਾਰ ਲੈ ਕੇ ਉਹਨਾਂ ਦੇ ਨੇੜੇ ਆ ਜਾਵੇ, ਬਿਲਕੁਲ ਸ਼ਹਾਦਤ ਵਾਲਾ ਮਾਹੌਲ ਹੈ। ਪਰ ਕਿਉਂਕਿ ਇੱਕ ਤਾਂ ਗੁਰੂ ਸਾਹਿਬ ਨੇ ਖਰੀਆਂ ਸੁਣਾ ਦਿੱਤੀਆਂ,
ਦੂਜਾ ਹਿਮਾਂਜੂ ਜਿਹੜਾ ਵਿਖੜੇ ਪਿੰਡਿਆਂ ਦੇ ਵਿੱਚੋਂ ਦੀ ਗੁਜ਼ਰ ਰਿਹਾ ਸੀ। ਜਦੋਂ ਬੰਦੇ ਦੇ ਹਾਲਾਤ ਚੰਗੇ ਨਾ ਹੋਣ ਤਾਂ ਬੜਾ ਸੰਭਲ ਕੇ ਚੱਲਦਾ ਵੀ ਪਹਿਲਾਂ ਹੀ ਪਤਾ ਨਹੀਂ ਅਸੀਂ ਕਿਹੜੇ ਪਾਪਾਂ ਦੇ ਮਾਰੇ ਹੋਏ, ਤਾਂ ਉੱਥੇ ਇਹ ਜਿਹੜੀ ਤਲਵਾਰ ਹੈ ਉਹ ਮਿਆਨ ਦੇ ਅੰਦਰ ਹੀ ਰਹੀ। ਆਖਿਰ ਫਿਰ 15 ਸਾਲ ਭਟਕਣ ਤੋਂ ਬਾਅਦ ਈਰਾਨ ਦੇ ਬਾਦਸ਼ਾਹ ਦੀ ਮਦਦ ਦੇ ਨਾਲ ਹਿਮਾਂਜੂ 1555 ਦੇ ਵਿੱਚ ਮੁੜ ਤਖਤ ਤੇ ਬੈਠਿਆ। ਤਾਂ ਤਖਤ ਤੇ ਬੈਠਿਆਂ ਇਹਨੂੰ ਸਿਰਫ ਅਜੇ 6 ਮਹੀਨੇ ਹੋਏ ਸੀ ਕਿ ਲਾਇਬ੍ਰੇਰੀ ਦੀਆਂ ਪੌੜੀਆਂ ਵਿੱਚੋਂ ਇਸ ਤਰ੍ਹਾਂ ਡਿੱਗਿਆ ਕਿ ਮੁੜ ਕੇ ਉੱਠ ਨਹੀਂ ਸਕਿਆ। ਹਿਮਾਂਜੂ ਦੀ ਮੌਤ ਹੋ ਗਈ। ਹਿਮਾਂਜੂ ਦੀ ਮੌਤ ਤੋਂ ਬਾਅਦ ਅਕਬਰ ਤਖਤ ਦੇ ਉੱਤੇ ਬੈਠਦਾ। ਅਕਬਰ ਬਾਰੇ ਜਿਹੜੇ ਅਕਬਰ ਦੇ ਵਿਰੋਧੀ ਲੇਖਕ ਨੇ ਉਹ ਵੀ ਇੰਨੀ ਗੱਲ ਸਵੀਕਾਰ ਕਰਦੇ ਨੇ ਕਿ ਅਕਬਰ ਖੁੱਲੇ ਖਿਆਲਾਂ ਦਾ ਮਾਲਕ ਸੀ, ਉਹ ਕੱਟੜਪ੍ਰਸਤ ਨਹੀਂ ਸੀਗਾ। ਬਲਕਿ ਅਕਬਰ ਨੇ ਤਾਂ ਲਾਹੌਰ ਦੇ ਵਿੱਚ ਇੱਕ ਇਬਾਦਤਖਾਨਾ ਬਣਾਇਆ ਹੋਇਆ ਸੀ। ਉਸ ਇਬਾਦਤਖਾਨੇ ਦੇ ਵਿੱਚ ਗੁਰੂ ਘਰ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਜਾ ਕੇ ਗੁਰਮਤਿ ਸਿਧਾਂਤ ਦੀ ਵਿਆਖਿਆ ਕਰਦੇ ਸੀ। ਇੱਥੇ ਅਕਬਰ ਵੱਖੋ ਵੱਖਰੇ ਧਰਮਾਂ ਦੇ ਲੋਕਾਂ ਨੂੰ ਸੱਦ ਕੇ ਉਹਨਾਂ ਦੇ ਵਿਚਾਰ ਸੁਣਿਆ ਕਰਦਾ ਸੀ। ਹੁਣ ਅਕਬਰ ਦੇ ਰਾਜ ਭਾਗ ਦੇ ਦੌਰਾਨ ਹੀ ਅਗਸਤ ਸਨ 1581 ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਗੱਦੀ ਤੇ ਸੁਭਾਈਮਾਨ ਹੁੰਦੇ ਨੇ। ਨੋਟ ਕਰਿਓ, ਜਿਹੜੇ ਅਖੌਤੀ ਧਾਰਮਿਕ ਲੋਕ ਸੀਗੇ, ਜਿਹੜੇ ਧਰਮ ਦੇ ਨਾਂ ਤੇ ਬਿਜ਼ਨਸ ਕਰ ਰਹੇ ਸੀ, ਧਰਮ ਦੇ ਨਾਂ ਤੇ ਦੁਨੀਆ ਦੀ ਲੁੱਟ ਖਸੁੱਟ ਕਰ ਰਹੇ ਸੀ, ਲੋਕਾਂ ਵਿੱਚ ਅੰਧ ਵਿਸ਼ਵਾਸ ਫੈਲਾ ਕੇ, ਉਹਨਾਂ ਲੋਕਾਂ ਨੇ ਤੀਜੇ ਅਤੇ ਚੌਥੇ ਪਾਤਸ਼ਾਹ ਦੇ ਖਿਲਾਫ ਵੀ ਬਹੁਤ ਸ਼ਿਕਾਇਤਾਂ ਕੀਤੀਆਂ ਅਕਬਰ ਦੇ ਕੋਲ। ਜਦੋਂ ਗੁਰੂ ਸਾਹਿਬ ਨੇ ਬੌਲੀ ਸਾਹਿਬ ਦਾ ਨਿਰਮਾਣ ਕਰਵਾਇਆ, ਜਿਹੜਾ ਬਰਾਬਰਤਾ ਦੇ ਨਾਲ ਲੰਗਰ ਛਕਾਇਆ ਜਾ ਰਿਹਾ ਸੀ, ਇੱਕੋ ਖੜੇ ਪਾਣੀ ਸਰੋਵਰਾਂ 'ਚ ਇਸ਼ਨਾਨ ਹੋ ਰਿਹਾ ਸੀ, ਇਹ ਜਿਹੜੇ ਵਰਨ ਵੰਡ ਦੇ ਉਪਾਸਕ ਸੀ, ਮਨੂ ਸਿਮਰਤੀ ਦੇ ਉਪਾਸਕ ਸੀ, ਉਹਨਾਂ ਨੂੰ ਇਹ ਗੱਲਾਂ ਕਦੇ ਵੀ ਬਰਦਾਸ਼ਤ ਨਹੀਂ ਸੀ ਹੋ ਰਹੀਆਂ। ਉਹ ਜਾ ਕੇ ਸ਼ਿਕਾਇਤਾਂ ਕਰਦੇ ਰਹੇ ਅਕਬਰ ਕੋਲ। ਅਕਬਰ ਦੇ ਦਰਬਾਰ ਵਿੱਚ ਜਿਹੜਾ ਬੀਰਬਲ ਸੀ ਉਹ ਵੀ ਗੁਰੂ ਘਰ ਦੇ ਦੋਖੀਆਂ ਦੀ ਪੂਰੀ ਸਪੋਰਟ ਕਰਦਾ ਰਿਹਾ, ਪਰ ਅਕਬਰ ਦੇ ਹੁੰਦਿਆਂ ਇਹਨਾਂ ਲੋਕਾਂ ਦੀ ਕੋਈ ਪੇਸ਼ ਨਾ ਚੱਲੀ, ਕਿਉਂਕਿ ਉਹ ਖੁੱਲੇ ਖਿਆਲਾਂ ਦਾ ਮਾਲਕ ਸੀਗਾ। ਹੁਣ ਅਕਬਰ ਦੇ ਰਾਜ ਭਾਗ ਦੇ ਦੌਰਾਨ ਜਿਹੜੀ ਮੈਂ ਗੱਲ ਕੀਤੀ ਹੈ ਕਿ 1581 ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰਗੱਦੀ ਤੇ ਬੈਠੇ। ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰਗੱਦੀ ਦੇ ਉੱਪਰ ਬੈਠੇ ਤਾਂ ਜਿਹੜੀ ਉਹਨਾਂ ਦੀ ਸਭ ਤੋਂ ਪਹਿਲੀ ਵਿਰੋਧ ਹੈ ਉਹ ਉਹਨਾਂ ਦੇ ਆਪਣੇ ਸਕੇ ਭਰਾ ਪ੍ਰਿਥੀ ਚੰਦ ਵੱਲੋਂ ਹੁੰਦੀ ਹੈ। ਇਹਦਾ ਕਾਰਨ ਹੈ ਕਿ ਗੁਰੂ ਸਾਹਿਬਾਨ ਦੇ ਪੁੱਤਰਾਂ ਨੂੰ ਵੀ ਕਈ ਵਾਰ ਇਹ ਭੁਲੇਖਾ ਪੈਂਦਾ ਰਿਹਾ ਕਿ ਜਿਵੇਂ ਦੁਨਿਆਵੀ ਜਾਇਦਾਦ ਪਿਓ ਵਾਲੀ ਪੁੱਤ ਦੀ ਹੁੰਦੀ ਹੈ, ਇਸੇ ਤਰ੍ਹਾਂ ਇਹ ਗੁਰਗੱਦੀ ਵੀ ਸਾਡੇ ਪਿਓ ਵਾਲੀ ਹੈ ਤੇ ਸਾਨੂੰ ਮਿਲੇਗੀ। ਇਹ ਭੁਲੇਖਾ ਗੁਰੂ ਨਾਨਕ ਸਾਹਿਬ ਦੇ ਪੁੱਤਾਂ ਨੂੰ ਵੀ ਪਿਆ, ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਹ ਦਰਜ ਹੈ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮੁਰਾਟੀਐ, ਦਿਲ ਖੋਟੇ ਆਕੀ ਫਿਰਨ, ਬਨ ਭਾਰੋ ਚਾਇਨ ਸਟੀਐ। ਇਹੀ ਭੁਲੇਖਾ ਗੁਰੂ ਅੰਗਦ ਸਾਹਿਬ ਦੇ ਪੁੱਤਰਾਂ ਦਾਤੂ ਤੇ ਦਾਸੂ ਨੂੰ ਵੀ ਪਿਆ। ਇਸ ਕਿਸਮ ਦਾ ਭੁਲੇਖਾ ਪ੍ਰਿਥੀ ਚੰਦ ਨੂੰ ਵੀ ਪੈ ਗਿਆ ਕਿ ਮੈਂ ਵੱਡਾ ਪੁੱਤਾਂ, ਗੁਰਗੱਦੀ ਦਾ ਹੱਕਦਾਰ ਮੈਂ। ਹਾਲਾਂਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ ਦੁਨਿਆਵੀ ਹਿੱਸੇ ਬਹਿੰਦੀ ਜਾਇਦਾਦ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਤੋਂ ਪੰਚਮ ਪਾਤਸ਼ਾਹ ਨੂੰ ਮਿਲੀ, ਗੁਰੂ ਅਰਜਨ ਸਾਹਿਬ ਨੂੰ ਦੁਨਿਆਵੀ ਜਾਇਦਾਦ, ਉਹ ਆਪਣੇ ਹਿੱਸੇ ਵਾਲੀ ਵੀ ਪ੍ਰਿਥੀ ਚੰਦ ਨੂੰ ਦੇ ਦਿੱਤੀ ਸੀਗੀ, ਪਰ ਇਹਦੇ ਬਾਵਜੂਦ ਵੀ ਉਹ ਟਲਿਆ ਨਾ, ਗੁਰਗੱਦੀ ਦੇ ਉੱਪਰ ਆਪਣਾ ਹੱਕ ਜਤਾਉਂਦਾ ਰਿਹਾ। ਮਸੰਦਾਂ ਦੇ ਰਾਹੀਂ ਪੂਰਾ ਪ੍ਰਚਾਰ ਕਰਵਾਇਆ ਕਿ ਗੁਰਗੱਦੀ ਦਾ ਅਸਲ ਵਾਰਸ ਮੈਂ ਆ, ਮੈਂ ਗੁਰੂ ਆ। ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ, ਇੱਥੋਂ ਤੱਕ ਕਿ ਸੰਗਤਾਂ ਤੋਂ ਘਟਾਵਾਂ ਆਪ ਲੈ ਲੈਂਦਾ। ਜਦੋਂ ਲੰਗਰ ਦਾ ਟਾਈਮ ਹੁੰਦਾ ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਲੰਗਰ ਵਾਲੇ ਪਾਸੇ ਇਹ ਪ੍ਰਿਥੀ ਚੰਦ ਸੰਗਤਾਂ ਨੂੰ ਭੇਜ ਦਿੰਦਾ। ਇਹਨੇ ਬਹੁਤ ਜ਼ਿਆਦਾ ਯਤਨ ਕਰੇ, ਪਰ ਫਿਰ ਵੀ ਜਦੋਂ ਸਿੱਖਾਂ ਦਾ, ਸੰਗਤਾਂ ਦਾ ਵੱਡਾ ਹਿੱਸਾ ਗੁੰਮਰਾਹ ਨਾ ਹੋਇਆ, ਸਿੱਖਾਂ ਦਾ ਅਕੀਦਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੇ ਰਿਹਾ, ਤਾਂ ਪ੍ਰਿਥੀ ਚੰਦ ਨੇ ਥੱਕ ਹਾਰ ਕੇ ਆਪਣੇ ਸਹੁਰੇ ਪਿੰਡ ਹੀਹਰ ਆ ਕੇ ਦਰਬਾਰ ਸਾਹਿਬ ਦੇ ਮੁਕਾਬਲੇ ਤੇ ਆਪਣਾ ਇੱਕ ਅਸਥਾਨ ਬਣਾਉਣਾ ਸ਼ੁਰੂ ਕੀਤਾ, ਔਰ ਉਸ ਜਿਹੜਾ ਅਸਥਾਨ ਹੈ ਉਹਦਾ ਨਾਮ ਵੀ ਇਹਨੇ
ਅਸਥਾਨ ਦੇ ਵਿੱਚ ਜਿਹੜਾ ਸਰੋਵਰ ਬਣਾਇਆ ਉਹਦਾ ਨਾਂ ਰੱਖਿਆ ਦੁੱਖ ਨਿਵਾਰਨ, ਤਾਂ ਜੋ ਲੋਕਾਂ ਨੂੰ ਇਸ ਪਾਸੇ ਸੌਖਿਆਂ ਪ੍ਰੇਰਿਤ ਕੀਤਾ ਜਾ ਸਕੇ। ਦੁੱਖ ਨਿਵਾਰਨ ਸਰੋਵਰ ਦਾ ਨਾਂ ਰੱਖਿਆ। ਫਿਰ ਪ੍ਰਿਥੀ ਚੰਦ ਤੇ ਵੀਰਬਲ ਨੇ ਇਕੱਠਿਆਂ ਹੋ ਕੇ, ਇਹ ਵੀਰਬਲ ਦਾ ਜ਼ਿਕਰ ਆਪਾਂ ਅੱਗੇ ਜਾ ਕੇ ਕਰਦੇ ਹਾਂ, ਇਹ ਕੀ ਚੀਜ਼ ਹੈ। ਪ੍ਰਿਥੀ ਚੰਦ ਔਰ ਵੀਰਬਲ ਨੇ ਇਕੱਠਿਆਂ ਹੋ ਕੇ ਜ਼ਿਲ੍ਹਾ ਮਾਲੀਆ ਅਫਸਰ ਪਹਿਲਾਂ ਸੁਲੀ ਖਾਨ ਨੂੰ ਪ੍ਰੇਰਿਤ ਕੀਤਾ ਕਿ ਤੂੰ ਗੁਰੂ ਅਰਜਨ ਸਾਹਿਬ ਤੇ ਹਮਲਾ ਕਰ ਦੇ। ਜਦੋਂ ਹਮਲਾ ਕਰਨ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਪ੍ਰਿਥੀ ਚੰਦ ਨੂੰ ਮਿਲਿਆ। ਪ੍ਰਿਥੀ ਚੰਦ ਹੰਕਾਰ ਦੇ ਵਿੱਚ ਆਇਆ, ਕਹਿੰਦਾ ਕਿ ਕਿਵੇਂ ਆਪਣਾ ਸਥਾਨ ਤਿਆਰ ਹੋ ਰਿਹਾ ਜੀ, ਆਹ ਵੇਖੋ ਸਰੋਵਰ ਦੀ ਤਿਆਰੀ ਚੱਲ ਰਹੀ ਹੈ, ਆਜੋ ਤੁਹਾਨੂੰ ਦਿਖਾਉਣੇ ਆ। ਤਾਂ ਇਹ ਸੁਲਹੀ ਖਾਨ ਨੂੰ ਆਪਣੇ ਭੱਠੇ ਵਾਲੇ ਪਾਸੇ ਲੈ ਕੇ ਗਿਆ। ਭੱਠੇ ਦੇ ਆਵੇ ਵਿਚਲੀ ਅੱਗ ਨੂੰ ਵੇਖ ਕੇ ਸੁਲਹੀ ਖਾਨ ਦਾ ਘੋੜਾ ਐਸਾ ਤ੍ਰਭਕਿਆ ਕਿ ਸਮੇਤ ਸੁਲਹੀ ਖਾਨ ਘੋੜੇ ਸਮੇਤ ਹੀ ਉਹ ਮੱਚ ਗਿਆ। ਇਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਵਨ ਅੰਕ 825 ਦੇ ਉੱਪਰ ਦਰਜ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਨੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹੱਥ ਕਹੀਂ ਨਾ ਪਹੁੰਚੈ, ਸੁਲਹੀ ਮੂਆ ਹੋਏ ਨਪਾਕ, ਨਾਪਾਕ ਹੋ ਕੇ ਮਰਿਆ। ਇਸਲਾਮ ਜਗਤ ਦੇ ਵਿੱਚ ਕਿਸੇ ਨੂੰ ਸੜਨਾ ਪੈ ਜੇ ਇਹਨੂੰ ਬਹੁਤ ਅਪਵਿੱਤਰ ਮੰਨਦੇ ਆ ਕਿ ਸੁਲਹੀ ਖਾਨ ਨਾਪਾਕ ਹੋ ਕੇ ਮਰਿਆ। ਸੁਲਹੀ ਖਾਨ ਤੋਂ ਬਾਅਦ ਇਹਨਾਂ ਨੇ ਸੁਲਭੀ ਖਾਨ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਤਰ੍ਹਾਂ ਕਰੇ, ਪਰ ਉਹਦੇ ਐਸਾ ਕੋਈ ਸੂਲ ਉੱਠਿਆ, ਸੁਲਭੀ ਖਾਨ ਦੀ ਵੀ ਮੌਤ ਹੋ ਗਈ। ਤਾਂ ਆਖਰ ਤੇ ਪ੍ਰਿਥੀ ਚੰਦ ਤੇ ਇਹਦੀ ਵਹੁਟੀ ਬੀਬੀ ਕਰਮੋ ਨੂੰ ਜਦੋਂ ਕੋਈ ਵੀ ਇਹਨਾਂ ਦੇ ਹੱਥ ਪੱਲੇ ਗੱਲ ਨਾ ਲੱਗੀ, ਇਹਨਾਂ ਨੇ ਤੜਫ ਕੇ ਫਿਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੋਈ ਗੱਲ ਨਹੀਂ, ਜੇ ਗੁਰਗੱਦੀ ਸਾਨੂੰ ਨਹੀਂ ਮਿਲੂ ਤਾਂ ਸਾਡੇ ਪੁੱਤ ਨੂੰ ਮਿਲ ਜੂਗੀ, ਮਿਹਰਬਾਨ ਨੂੰ। ਕਿਉਂਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਤਾਂ ਇਹਨਾਂ ਲੋਕਾਂ ਦੇ ਲਫ਼ਜ਼ ਸੀ ਕਿ ਇਹ ਤਾਂ ਬੇਔਲਾਦੇ ਨੇ, ਸਾਡੇ ਪੁੱਤ ਨੂੰ ਗੱਦੀ ਮਿਲਣੀ ਹੈ। ਪਰ ਇਹਨਾਂ ਦੀ ਘਟੀਆ ਸੋਚ ਤੇ ਗੜੇ ਪਏ। 19 ਜੂਨ 1595 ਨੂੰ ਜਦੋਂ ਬਾਲ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਵਡਾਲੀ ਦੇ ਵਿੱਚ, ਇਸ ਤੋਂ ਬਾਅਦ ਇਹਨਾਂ ਨੇ ਫਿਰ ਹਰਗੋਬਿੰਦ ਸਾਹਿਬ ਨੂੰ ਮਾਰਨ ਦਾ ਯਤਨ ਕੀਤਾ। ਬਾਲ ਉਮਰ ਦੇ ਵਿੱਚ ਬੜੇ ਯਤਨ ਕੀਤੇ, ਕਦੇ ਦਾਈ ਨੂੰ ਭੇਜਿਆ ਕਿ ਆਪਣੇ ਦੁੱਧ ਨੂੰ ਜ਼ਹਿਰ ਲਾ ਕੇ ਇਹਨੂੰ ਪਿਲਾ ਦੇਵੇ, ਪਰ ਉਹ ਸਫਲ ਨਾ ਹੋ ਸਕੀ, ਉਹ ਦਾਈ ਹੀ ਮਰ ਗਈ। ਉਸ ਤੋਂ ਬਾਅਦ ਯਤਨ ਕੀਤਾ ਗਿਆ ਸਪੇਰੇ ਰਾਹੀਂ ਮਾਰਨ ਦਾ। ਇੱਕ ਬ੍ਰਾਹਮਣ ਨੂੰ ਭੇਜਿਆ ਕਿ ਤੂੰ ਖਿਡਾਵਾ ਬਣ ਕੇ ਜਾ, ਦਹੀਂ ਦੇ ਵਿੱਚ ਦੁੱਧ ਮਿਲਾ ਕੇ ਪਿਲਾ ਦੀ, ਪਰ ਬਾਲ ਹਰਗੋਬਿੰਦ ਸਾਹਿਬ ਨੇ ਦਹੀਂ ਨਾ ਖਾਧਾ। ਉਹ ਜਦੋਂ ਦਹੀਂ ਕੁੱਤੇ ਨੂੰ ਪਾਇਆ ਗਿਆ, ਕੁੱਤਾ ਮਰ ਗਿਆ। ਇਸ ਗੱਲ ਦਾ ਇਸ ਬ੍ਰਾਹਮਣ ਨੂੰ ਬਹੁਤ ਜ਼ਿਆਦਾ ਅਫਸੋਸ ਵੀ ਹੋਇਆ ਔਰ ਇਹ ਵੀ ਸੂਲ ਨਾਲ ਮਰ ਗਿਆ। ਮਰਨ ਤੋਂ ਪਹਿਲਾਂ ਇਹ ਦੱਸ ਦਿੱਤਾ ਇਹਨੇ ਕਿ ਮੈਨੂੰ ਤਾਂ ਪ੍ਰਿਥੀ ਚੰਦ ਤੇ ਉਹਦੀ ਵਹੁਟੀ ਬੀਬੀ ਕਰਮੋ ਨੇ ਭੇਜਿਆ ਸੀ। ਇਹਦਾ ਵੀ ਜ਼ਿਕਰ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਬੜੇ ਯਤਨ ਕੀਤੇ। ਇੱਕ ਗੁਰੂ ਹਰਗੋਬਿੰਦ ਸਾਹਿਬ ਜਦੋਂ ਬਾਲ ਉਮਰ ਚ ਨੇ, ਉਹਨਾਂ ਦਾ ਹਾਣੀ ਹੈ ਨੰਦ ਰਾਮ, ਉਹਨੂੰ ਭੇਜਿਆ ਕਿ ਤੂੰ ਖਾਣ ਵਾਲੀ ਵਸਤੂ ਵਿੱਚ ਜ਼ਹਿਰ ਮਿਲਾ ਦੀ। ਕਹਿਣ ਦਾ ਭਾਵ ਕੋਈ ਵੀ ਮਸਲਾ ਜਿਹੜੇ ਇਹਨਾਂ ਨੇ ਯਤਨ ਕੀਤੇ ਉਹਦੇ ਵਿੱਚ ਪ੍ਰਿਥੀ ਚੰਦ ਜਿਹੜਾ ਸਫਲ ਨਾ ਹੋ ਸਕਿਆ। ਇਹ ਯਤਨ ਕਰਦਾ ਰਿਹਾ। ਇੱਕ ਆਪਾਂ ਲਫ਼ਜ਼ ਵਰਤਿਆ ਵੀਰਬਲ। ਵੀਰਬਲ ਬਾਰੇ ਸਾਨੂੰ ਇੱਥੇ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੋਈ ਹੈ, ਇਹਦੇ ਵਿੱਚ ਪ੍ਰਿਥੀ ਚੰਦ ਦਾ ਵੀ ਅਹਿਮ ਰੋਲ ਹੈ। ਔਰ ਜਿਹੜਾ ਵੀਰਬਲ ਹੈ, ਇਹ ਗੁਰੂ ਘਰ ਦਾ ਪਹਿਲੇ ਦਿਨ ਤੋਂ ਵਿਰੋਧੀ ਰਿਹਾ। ਇਹ ਗੱਲ ਵੱਖਰੀ ਹੈ ਕਿ ਅੱਜ ਸਾਡੇ ਸਿੱਖ ਵੀ ਬੜਾ ਵੀਰਬਲ ਦੀਆਂ ਗੱਲਾਂ ਦੇ ਉੱਤੇ ਹੱਥ ਤੇ ਹੱਥ ਮਾਰ ਕੇ ਹੱਸਦੇ ਨੇ ਔਰ ਉਹਨੂੰ ਬੜਾ ਦਬਾਕੀ ਮੰਨਦੇ। ਮੈਂ ਸੰਖੇਪ ਰੂਪ ਦੇ ਵਿੱਚ ਦੱਸਣਾ ਚਾਹੁੰਦਾ ਕਿ ਵੀਰਬਲ ਕੌਣ ਸੀਗਾ। ਅਸਲ ਦੇ ਵਿੱਚ ਇਹਦਾ ਨਾਂ ਸੀ ਪੁਰਾਣਾ ਮਹੇਸ਼ ਦਾਸ। ਇਹ ਬ੍ਰਾਹਮਣ ਬਰਾਦਰੀ ਦੇ ਵਿੱਚੋਂ ਹੈ। ਇਹਦਾ ਜਨਮ ਸਨ 1528 ਦੇ ਵਿੱਚ ਹੋਇਆ। ਇਹ ਜੈਪੁਰ ਦੇ ਰਾਜੇ ਭਗਵਾਨ ਦਾਸ ਦਾ ਨੌਕਰ ਸੀ। ਜਦੋਂ ਜੈਪੁਰ ਦੇ ਰਾਜੇ ਭਗਵਾਨ ਦਾਸ ਨੇ ਸਨ 1562 ਦੇ ਵਿੱਚ ਆਪਣੀ ਭਤੀਜੀ ਜੋਧਾ ਬਾਈ ਜਿਹੜੀ ਹੈ ਉਹ ਅਕਬਰ ਨੂੰ ਵਿਆਹੀ, ਤਾਂ ਇਹਨੂੰ ਮਹੇਸ਼ ਦਾਸ ਨੂੰ ਨਾਲ ਭੇਜਿਆ ਸੀ ਦਾਜ ਵਿੱਚ। ਜਾਣੀ ਕਿ ਇਹ ਦਾਜ ਵਿੱਚ ਆਇਆ ਸੀ ਅਕਬਰ ਕੋਲ। ਅਕਬਰ ਨੇ ਇਹਦਾ ਨਾਂ ਰੱਖਿਆ ਵੀਰਬਲ। ਇਹ ਰਾਗ ਵਿਦਿਆ ਦਾ ਵੀ ਥੋੜਾ ਮਾਹਰ ਸੀ, ਕਵੀ ਵੀ ਸੀ, ਹਾਜ਼ਰ ਜਵਾਬ ਸੀ, ਮਸਕਰਾ ਸੀ, ਮਜ਼ਾਕੀਏ ਸੁਭਾਅ ਦਾ ਮਾਲਕ ਸੀਗਾ।
ਔਰ ਮੈਂ ਦੱਸਣਾ ਚਾਹੁੰਦਾ, ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਅਖੌਤੀ ਧਾਰਮਿਕ ਲੋਕ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਪਾਤਸ਼ਾਹ ਖਿਲਾਫ ਜਦੋਂ ਸ਼ਿਕਾਇਤਾਂ ਕਰਦੇ ਸੀ ਤਾਂ ਬੀਰਬਲ ਉਹਨਾਂ ਦੀ ਪੂਰੀ ਸਪੋਰਟ ਕਰਦਾ ਸੀ। ਬੀਰਬਲ ਨੇ ਕਈ ਵਾਰ ਅਕਬਰ ਨੂੰ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਗੱਦੀ ਨਸੀਨ ਕੁਫਰ ਅਤੇ ਨਾਸਤਿਕਤਾ ਦਾ ਪ੍ਰਚਾਰ ਕਰ ਰਹੇ। ਤਾਂ ਹੁਣ ਇਹੀ ਬੀਰਬਲ ਜਦੋਂ ਅਕਬਰ ਨੇ ਇਹਨੂੰ ਪਿਸ਼ਾਵਰ ਵਾਲੇ ਪਾਸੇ ਭੇਜਿਆ, ਪਠਾਣਾ ਅਤੇ ਯੂਸਫਜ਼ਈਆਂ ਨੇ ਜਿਹੜੀ ਬਗਾਵਤ ਕੀਤੀ ਉਸ ਬਗਾਵਤ ਨੂੰ ਦਬਾਉਣ ਵਾਸਤੇ, ਤਾਂ ਬੀਰਬਲ ਨੂੰ ਇੱਕ ਲਿਖਤੀ ਮਨਜ਼ੂਰੀ ਮਿਲੀ ਕਿ ਤੂੰ 1 ਰੁਪਈਆ, ਉਸ ਵਕਤ ਜਿਹੜੀ ਵੀ ਰੁਪਈਏ ਦੀ ਇਕਾਈ ਹੈ, 1 ਰੁਪਈਆ ਪ੍ਰਤੀ ਖੱਤਰੀ ਦਾ ਮਕਾਨ, ਪ੍ਰਤੀ ਖੱਤਰੀ ਦਾ ਘਰ ਦੇ ਹਿਸਾਬ ਨਾਲ ਤੂੰ ਆਪਣਾ ਟੈਕਸ ਇਕੱਠਾ ਕਰ ਸਕਦਾ। ਤਾਂ ਇਹ ਟੈਕਸ ਇਕੱਠਾ ਕਰਦਾ ਹੋਇਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸਿੱਖਾਂ ਨੂੰ ਵੀ ਮਿਲਿਆ, ਕਹਿੰਦਾ ਕਿ ਟੈਕਸ ਦਿਓ। ਤਾਂ ਸਿੱਖਾਂ ਨੇ ਕਿਹਾ ਕਿ ਇੱਥੇ ਤਾਂ ਸਰਬੱਤ ਦੇ ਭਲੇ ਦੇ ਕਾਰਜ ਚੱਲ ਰਹੇ ਨੇ, ਇੱਥੇ ਅਸੀਂ ਕੋਈ ਇਸ ਕਿਸਮ ਦਾ ਟੈਕਸ ਨਹੀਂ ਦੇ ਸਕਦੇ, ਗੁਰੂ ਕੀ ਗੋਲਕ ਨੂੰ ਅਸੀਂ ਇਦਾਂ ਨਹੀਂ ਲੁਟਾ ਸਕਦੇ। ਤਾਂ ਇਹ ਬੜੇ ਹੰਕਾਰ ਦੇ ਵਿੱਚ ਆਇਆ, ਕਹਿੰਦਾ ਕਿ ਤੁਸੀਂ ਗੁਰੂ ਸਾਹਿਬ ਨਾਲ ਰਹਿ ਕਰ ਲਿਓ, ਗੁਰੂ ਹੋਊਗਾ ਤੁਹਾਡਾ ਹੋਊਗਾ, ਮੈਂ ਇੱਕ ਆਫੀਸਰ ਹਾਂ, ਮੈਂ ਇੱਕ ਸੈਨਾਪਤੀ ਹਾਂ, ਜੇ ਤੁਸੀਂ ਆਪਣੇ ਆਪ ਟੈਕਸ ਨਾ ਦਿੱਤਾ ਮੈਂ ਪਿਸ਼ਾਵਰ ਵਾਲੇ ਪਾਸਿਓਂ ਆ ਕੇ ਆਪਣੇ ਤਰੀਕੇ ਨਾਲ ਟੈਕਸ ਲਵਾਂਗਾ। ਪਰ ਜਦੋਂ ਇਹ ਪਿਸ਼ਾਵਰ ਪਹੁੰਚਿਆ, ਉੱਥੇ 1586 ਦੇ ਵਿੱਚ ਇਹਦੀ ਮੌਤ ਹੋ ਗਈ ਯੂਸਫਜ਼ਈਆਂ ਹੱਥੋਂ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਮੈਦਾਨੇ ਜੰਗ ਦੇ ਵਿੱਚ ਤਾਂ ਚੁਟਕਲੇ ਨਹੀਂ ਚੱਲਦੇ, ਉੱਥੇ ਤਾਂ ਸੂਰਬੀਰਤਾ ਕੰਮ ਆਉਂਦੀ। ਤਾਂ ਬੀਰਬਲ ਮਰ ਗਿਆ। ਇਸ ਤੋਂ ਬਾਅਦ ਸਨ 1588 ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਦਾ ਨੀਂਹ ਰੱਖੀ। ਦਰਬਾਰ ਸਾਹਿਬ ਜਿਹਨੂੰ ਅੱਜ ਕੱਲ ਅਸੀਂ ਹਰਮੰਦਰ ਸਾਹਿਬ ਔਰ ਇਸ ਤੋਂ ਬਾਅਦ ਗੋਲਡਨ ਟੈਂਪਲ, ਸੁਨਹਿਰੀ ਮੰਦਿਰ ਤੱਕ ਪਹੁੰਚ ਗਏ ਆ, ਜਦੋਂ ਕਿ ਇਹ ਇਤਿਹਾਸਕ ਨਾਮ ਜਿਹੜਾ ਹੈਗਾ ਦਰਬਾਰ ਸਾਹਿਬ ਵੀ ਹੈ। ਔਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦਰਬਾਰ ਸਾਹਿਬ ਨਾ ਹੀ ਵਰਤਿਆ ਜਾਵੇ। ਦਰਬਾਰ ਸਾਹਿਬ ਦੀ ਨੀਂਹ, ਇਹਦੇ ਬਾਰੇ ਬਹੁਤੇ ਵਿਦਵਾਨਾਂ ਨੇ ਇਹ ਵੀ ਲਿਖਿਆ ਕਿ ਸਤਿਕਾਰਯੋਗ ਸਰਦਾਰ ਸਾਈਂ ਮੀਆਂ ਮੀਰ ਜੀ ਇੱਕ ਮੁਸਲਿਮ ਵੀਰ ਤੋਂ ਨੀਂਹ ਰਖਾਈ ਸੀ। 1588 ਤੋਂ ਲੈ ਕੇ 1590 ਦੇ ਦਰਮਿਆਨ ਇਹ ਦਰਬਾਰ ਸਾਹਿਬ ਦਾ ਸਾਰੀ ਸੇਵਾ ਜਿਹੜੀ ਸੰਪੂਰਨ ਹੋਈ। 1599 ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਜਿਹੜੀ ਸ਼ਾਦੀ ਹੁੰਦੀ ਹੈ, ਮਹਾਰਾਜ ਗ੍ਰਸਤ ਮਾਰਗ ਦੇ ਵਿੱਚ ਪ੍ਰਵੇਸ਼ ਕਰਦੇ ਨੇ। ਇਹ ਪਿੰਡ ਹੈਗਾ ਮੋ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ ਦੇ ਕ੍ਰਿਸ਼ਨ ਚੰਦ ਦੀ ਬੇਟੀ ਬੀਬੀ ਗੰਗਾ ਜੀ ਦੇ ਨਾਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸ਼ਾਦੀ 1599 ਦੇ ਵਿੱਚ ਹੁੰਦੀ ਹੈ। 1590 ਦੇ ਵਿੱਚ ਦਰਬਾਰ ਸਾਹਿਬ ਦਾ ਸਾਰੀ ਸੇਵਾ ਸੰਪੂਰਨ ਹੋ ਜਾਂਦੀ ਹੈ। 1590 ਦੇ ਵਿੱਚ ਹੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਤਰਨਤਾਰਨ ਸਾਹਿਬ ਦੀ ਨੀਂਹ ਰੱਖੀ। ਗੁਰੂ ਅਰਜਨ ਸਾਹਿਬ ਮਹਾਰਾਜ ਖਾਰੇ ਪਿੰਡ ਪਹੁੰਚੇ, ਆਲੇ ਦੁਆਲੇ ਦੀ ਜ਼ਮੀਨ ਨੂੰ ਖਰੀਦਿਆ। ਜ਼ਮੀਨ ਖਰੀਦ ਕੇ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਤਿਆਰੀ ਆਰੰਭੀ ਸਿੱਖੀ ਦਾ ਇੱਕ ਸੈਂਟਰ ਬਣਾਉਣ ਦੀ, ਤਾਂ ਨੋਟ ਕਰਿਓ ਇਹਦੀ ਵਿਰੋਧਤਾ ਜਿਹੜੀ ਹੈ ਸਖੀ ਸਰਵਰੀਆਂ ਨੇ, ਜਿਨ੍ਹਾਂ ਨੂੰ ਅਸੀਂ ਲਾਲਾਂ ਵਾਲੇ ਵੀ ਕਹਿ ਦਿੰਦੇ ਆ, ਇਹਨਾਂ ਨੇ ਬਹੁਤ ਕੀਤੀ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵਿੱਚ ਸਖੀ ਸਰਵਰੀਆਂ ਦਾ ਵੀ ਬਹੁਤ ਵੱਡਾ ਰੋਲ ਹੈ। ਇਹ ਗੱਲ ਵੱਖਰੀ ਹੈ ਕਿ ਅੱਜ ਸਾਡੇ ਕਈ ਸਿੱਖ ਕਿਰਪਾਨਾਂ ਪਾ ਕੇ ਵੀ ਲਾਲਾਂ ਵਾਲਿਆਂ ਦੇ ਤੁਰੇ ਫਿਰਦੇ ਆ। ਇਹ ਸਖੀ ਸਰਵਰੀਆ ਹੈ ਕੌਣ ਹੈ, ਮੈਂ ਬਹੁਤ ਸੰਖੇਪ ਜਿਹਾ ਧਿਆਨ ਵਿੱਚ ਲਿਆ ਦਿਆਂ। ਸਨ 1120 ਦੇ ਵਿੱਚ ਸਖੀ ਸਰਵਰ ਦੇ ਵਡੇਰੇ ਜਿਹੜੇ ਨੇ ਬਗਦਾਦ ਤੋਂ, ਇਹ ਪਾਕਿਸਤਾਨ ਦੇ ਵਿੱਚ ਅੱਜ ਕੱਲ ਹੈ ਜ਼ਿਲ੍ਹਾ ਡੇਰਾ ਗਾਜੀ ਖਾਨ, ਜ਼ਿਲ੍ਹਾ ਡੇਰਾ ਗਾਜੀ ਖਾਨ ਦੇ ਪਿੰਡ ਨਗਾਹੇ ਦੇ ਵਿੱਚ ਆ ਕੇ ਵਸਿਆ ਸਖੀ ਸਰਵਰ ਦਾ ਵਡੇਰਾ। ਸਖੀ ਸਰਵਰ ਦੀ ਵਹੁਟੀ ਬੀਬੀ ਬਾਈ, ਇਹਦੀ ਮੌਤ ਜਿਹੜੀ ਹੈ 1252 ਦੇ ਵਿੱਚ ਹੋਈ। ਸਖੀ ਸਰਵਰ ਦੀ ਧੌਕਲ ਦੇ ਨੇੜੇ ਇਹਨੂੰ ਦਫਨਾਇਆ ਗਿਆ। ਤਾਂ ਇਹ ਸਖੀ ਸਰਵਰੀਆਂ ਦੀ ਇੱਕ ਬ੍ਰਾਂਚ ਹੈ ਸੇਖ ਫੱਤਾ। ਸੇਖ ਫੱਤੇ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇੱਥੇ ਸੈਂਟਰ ਬਣਾ ਰਹੇ ਨੇ, ਤਾਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਹਦਾ ਕਾਰਨ ਕੀ ਹੈ? ਇਹ ਇੰਨੇ ਕਿਉਂ ਤੜਫੇ? ਕਿਉਂਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰਬੱਤ ਦੇ ਭਲੇ ਦੀ ਵਾਲੀ ਜਿਹੜੀ ਵਿਚਾਰਧਾਰਾ ਸੀ, ਉਹਦੇ ਤੋਂ ਪੂਰੀ ਦੁਨੀਆ ਪ੍ਰਭਾਵਿਤ ਹੋ ਕੇ ਸਿੱਖੀ ਵਿੱਚ ਸ਼ਾਮਲ ਹੋ ਰਹੀ ਸੀ। ਲਾਲਾਂ ਵਾਲਿਆਂ ਦੇ ਦੋ ਵੱਡੇ ਥੰਮ
ਮਾਲਵੇ ਇਲਾਕੇ ਦੇ ਬੁਢਲਾਡਾ ਮੰਡੀ ਦੇ ਨੇੜੇ ਪਿੰਡ ਫਫੜੇ ਭਾਈ ਕੇ ਹੈ, ਉੱਥੋਂ ਦੇ ਭਾਈ ਬਹਿਲੋਂ ਜੀ ਲਾਲਾਂ ਵਾਲੇ ਦਾ ਖੇੜਾ ਛੱਡ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸਿੱਖ ਬਣ ਚੁੱਕੇ ਸੀਗੇ। ਗੁਰੂ ਅਰਜਨ ਸਾਹਿਬ ਜੀ ਨੇ ਭਾਈ ਬਹਿਲੋਂ ਜੀ ਲਈ ਇਹ ਲਫ਼ਜ਼ ਵਰਤੇ, ਭਾਈ ਬਹਿਲੋਂ ਸਭ ਤੋਂ ਪਹਿਲੋਂ। ਇਸੇ ਤਰ੍ਹਾਂ ਲਾਲਾਂ ਵਾਲਿਆਂ ਦੇ ਸਖੀ ਸਰਵਰੀਆਂ ਦੇ ਜਿਹੜੇ ਮਾਝਾ ਇਲਾਕੇ ਦਾ ਆਗੂ ਸੀਗਾ ਕੰਗਮਾਈ ਦੇ ਰਹਿਣ ਵਾਲਾ ਭਾਈ ਤੀਰਥਾ, ਜਿਨ੍ਹਾਂ ਨੂੰ ਅਸੀਂ ਭਾਈ ਮੰਝ ਜੀ ਕਹਿੰਦੇ ਆ, ਉਹ ਵੀ ਇਹਨਾਂ ਦਾ ਖੇੜਾ ਛੱਡ ਕੇ ਸਿੱਖੀ ਵਿੱਚ ਸ਼ਾਮਲ ਹੋਇਆ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਭਾਈ ਮੰਝ ਜੀ ਲਈ ਇਹ ਲਫ਼ਜ਼ ਵਰਤੇ ਸੀ। ਇਤਿਹਾਸਕ ਤੌਰ ਤੇ ਜਿਹੜੇ ਸਾਂਭੇ ਮਿਲਦੇ ਆ ਸਾਨੂੰ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣਹਾਰ। ਤਾਂ ਸਖੀ ਸਰਬਰੀਆਂ ਨੂੰ ਸੇਖ ਫੱਤੇ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਇੱਥੇ ਇਹਨਾਂ ਨੇ ਸਾਡਾ ਸਾਰਾ ਜਿਹੜਾ ਅਸੀਂ ਪਖੰਡ ਕਰਦੇ ਹਾਂ ਬੰਦ ਕਰਵਾ ਦੇਣਾ। ਤਾਂ ਇਹਨਾਂ ਲੋਕਾਂ ਨੇ ਉੱਥੋਂ ਦੇ ਚੌਧਰੀ ਨੂਰਦੀਨ ਨਾਲ ਰਾਬਤਾ ਕਾਇਮ ਕੀਤਾ ਕਿ ਜਿਵੇਂ ਕਿਵੇਂ ਹੋਵੇ ਗੁਰੂ ਅਰਜਨ ਸਾਹਿਬ ਦਾ ਇਹ ਸਥਾਨ ਨਹੀਂ ਬਣਨਾ ਚਾਹੀਦਾ। ਨੂਰਦੀਨ ਨੇ ਆਪਣੇ ਪੁੱਤਰ ਅਮੀਰਦੀਨ ਦੀ ਡਿਊਟੀ ਲਾਈ। ਅਮੀਰਦੀਨ ਨੇ ਤਰਨਤਾਰਨ ਸਾਹਿਬ ਦੇ ਸਰੋਵਰ ਦੀ ਪ੍ਰਕਰਮਾਂ ਦੇ ਵਿੱਚ ਜਿਹੜੀਆਂ ਇੱਟਾਂ ਲੱਗਣੀਆਂ ਸੀ, ਉਹ ਇੱਟਾਂ ਚੁਕਵਾ ਕੇ ਆਪਣੀ ਹਵੇਲੀ ਦੇ ਵਿੱਚ ਲਵਾਈਆਂ ਸੀ। ਇਹ ਬੜੀ ਵਿਰੋਧਤਾ ਕੀਤੀ। ਹਾਲਾਂਕਿ ਇਹ ਇੱਟਾਂ ਜਿਹੜੀਆਂ ਸਖੀ ਸਰਵਰੀਆਂ ਦੇ ਕਹਿਣ ਤੇ ਅਮੀਰਦੀਨ ਨੇ ਸਰੋਵਰ ਦੇ ਪ੍ਰਕਰਮਾਂ ਦੀਆਂ ਇੱਟਾਂ ਚੁਕਵਾ ਕੇ ਉਹਨੇ ਆਪਣੀ ਹਵੇਲੀ ਤੇ ਲਾਈਆਂ। ਇਹ ਬਾਅਦ ਦੇ ਵਿੱਚ ਸਨ 1752 ਦੇ ਵਿੱਚ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਏ ਨੇ ਹਵੇਲੀ ਵਾਲੀਆਂ ਉਹ ਇੱਟਾਂ ਲਹਾ ਕੇ ਦੁਬਾਰਾ ਫਿਰ ਤਰਨਤਾਰਨ ਸਾਹਿਬ ਦੀ ਉਸੇ ਪ੍ਰਕਰਮਾਂ ਦੇ ਵਿੱਚ ਸਰੋਵਰ ਦੀ ਪ੍ਰਕਰਮਾਂ ਦੇ ਵਿੱਚ ਲਗਾਈਆਂ ਸੀਗੀਆਂ। ਮੇਰਾ ਮਤਲਬ ਹੈ ਕਿ ਸੇਖ ਫੱਤੇ ਵਾਲੇ ਵੀ ਜਿਹੜੇ ਡਟ ਕੇ ਵਿਰੋਧਤਾ ਕਰ ਰਹੇ ਸੀਗੇ। ਆਪਾਂ 1590 ਤੱਕ ਪਹੁੰਚੇ ਹਾਂ। 1595 ਦੀ 19 ਜੂਨ ਨੂੰ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋ ਗਿਆ। ਬਡਾਲੀ ਚ ਆਪਾਂ ਗੱਲ ਕਰ ਚੁੱਕੇ ਹਾਂ। 1597 ਦੇ ਵਿੱਚ ਬੜੀ ਇੰਪੋਰਟੈਂਟ ਘਟਨਾ ਹੈ ਜਿਹੜੀ ਸਾਡੇ ਸਾਰਿਆਂ ਨੂੰ ਸਮਝਣੀ ਬੜੀ ਜ਼ਰੂਰੀ ਹੈ। 1597 ਦੇ ਵਿੱਚ ਲਾਹੌਰ ਦੇ ਵਿੱਚ ਕਾਲ ਪਿਆ। ਜਦੋਂ ਲਾਹੌਰ ਦੇ ਵਿੱਚ ਕਾਲ ਪੈ ਗਿਆ, ਉਸ ਵਕਤ ਦੇ ਹੁਕਮਰਾਨ ਅਕਬਰ ਸੀਗਾ। ਤਾਂ ਉੱਥੇ ਜਿੰਨੇ ਵੀ ਕਹਿ ਲੋ ਸਰਕਾਰੀ ਜੋ ਵੀ ਪ੍ਰਬੰਧ ਹੁੰਦੇ ਨੇ ਸਾਰੇ ਫੇਲ ਹੋ ਗਏ, ਕੋਈ ਪ੍ਰਬੰਧ ਨਾ ਹੋ ਸਕਿਆ। ਲੋਕਾਂ ਦੀਆਂ ਵੱਡੇ ਪੱਧਰ ਤੇ ਮੌਤਾਂ ਹੋਣ ਲੱਗੀਆਂ, ਭੁੱਖਮਾਰੀ ਫੈਲ ਗਈ, ਬਿਮਾਰੀਆਂ ਫੈਲ ਗਈਆਂ। ਇਸ ਤੋਂ ਬਾਅਦ ਕੀ ਸੀਗਾ ਕਿ ਜਦੋਂ ਇਸ ਤਰ੍ਹਾਂ ਬਿਮਾਰੀਆਂ ਫੈਲੀਆਂ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਆਪਣੇ ਸਾਰੇ ਕਾਰਜ ਬਾਕੀ ਦੇ ਬੰਦ ਕਰਕੇ ਸਿੱਖਾਂ ਨੂੰ ਨਾਲ ਲਿਆ, ਵੈਦਾਂ ਹਕੀਮਾਂ ਨੂੰ ਨਾਲ ਲਿਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਲਾਹੌਰ ਪਹੁੰਚੇ। ਉੱਥੇ ਜਾ ਕੇ ਜਿੱਥੇ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਕੀਤਾ, ਨਾਲ ਨਾਲ ਦਵਾਖਾਨੇ ਖੋਲੇ ਔਰ ਅਨਾਥ ਆਸ਼ਰਮ ਬਣਾਏ। ਗੁਰੂ ਰਾਮਦਾਸ ਪਾਤਸ਼ਾਹ ਦੀ ਯਾਦ ਵਿੱਚ ਆਸ਼ਰਮ ਬਣਾਇਆ। ਡੱਬੀ ਬਾਜ਼ਾਰ ਦੇ ਵਿੱਚ ਆਸ਼ਰਮ ਬਣਾਏ ਗਏ ਤਾਂ ਜੋ ਉੱਥੋਂ ਦੇ ਜਿਹੜੇ ਬੇਰੁਜ਼ਗਾਰ ਲੋਕ ਹੋ ਚੁੱਕੇ ਨੇ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਜਾਵੇ ਔਰ ਜਿਹੜੇ ਅਨਾਥ ਹੋ ਚੁੱਕੇ ਨੇ ਉਹਨਾਂ ਨੂੰ ਸਹਾਰਾ ਵੀ ਮਿਲ ਜਾਵੇ। ਔਰ ਇੱਥੋਂ ਤੱਕ ਜਿਹੜੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਸੀ, ਉਹਨਾਂ ਲੋਕਾਂ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਲਾਸ਼ਾਂ ਨੂੰ ਆਪ ਸਿੱਖਾਂ ਦੇ ਨਾਲ ਰਲ ਕੇ ਆਪਣੇ ਮੋਢਿਆਂ ਤੇ ਚੁੱਕ ਚੁੱਕ ਕੇ ਢੋਇਆ ਔਰ ਉਹਨਾਂ ਦੇ ਮਜ਼ਹਬ ਦੇ ਮੁਤਾਬਕ ਉਹਨਾਂ ਦਾ ਅੰਤਮ ਕਿਰਿਆਕਰਮ ਕੀਤਾ ਗਿਆ। ਵੇਖੋ ਕਿੱਡੀ ਵਿਸ਼ਾਲਤਾ ਹੈ, ਗੁਰੂ ਦਾ ਦਾਇਰਾ ਕਿੱਡਾ ਵਿਸ਼ਾਲ ਹੈ। ਲਗਭਗ 8 ਮਹੀਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਮਹਾਨ ਸੇਵਾ ਦੇ ਵਿੱਚ ਲੱਗੇ ਰਹੇ। ਇਸ ਗੱਲ ਤੋਂ ਦੁਨੀਆ ਦੇ ਲੋਕ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਕੇ ਸਿੱਖੀ ਵਿੱਚ ਸ਼ਾਮਲ ਹੋਣ ਲੱਗੇ। ਇਸੇ ਗੱਲ ਤੋਂ ਪ੍ਰਭਾਵਿਤ ਹੋ ਕੇ 1598 ਦੇ ਵਿੱਚ ਅਕਬਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ। ਉਹਨੇ ਹੱਥ ਬੰਨੇ, ਥੋੜਾ ਜਿਹਾ ਨਮੋਸ਼ੀ ਦੇ ਵਿੱਚ ਸੀ। ਨਮੋਸ਼ੀ ਇਸ ਗੱਲ ਦੀ ਸੀ ਕਿ ਮੈਂ ਮੁਲਕ ਦਾ ਬਾਦਸ਼ਾਹ, ਮੇਰੇ ਤੋਂ ਕੋਈ ਕੰਮ ਨਹੀਂ ਹੋਇਆ ਉੱਥੇ ਕਾਲ ਦੇ ਦੌਰਾਨ। ਤਾਂ ਦੂਜੇ ਪਾਸੇ ਇੱਕ ਦਰਵੇਸ਼ ਨੇ ਏਡਾ ਵੱਡਾ ਕਾਰਜ ਕੀਤਾ। ਅਕਬਰ ਹੱਥ ਬੰਨ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੈਠਦਾ ਹੈ ਤੇ ਇੱਕ ਬੇਨਤੀ ਕਰਦਾ ਹੈ ਕਿ ਸਤਿਗੁਰੂ ਕਿਰਪਾ ਕਰੋ, ਮੇਰੀ ਵੀ ਹਾਜ਼ਰੀ ਤੁਹਾਡੇ ਦਰ ਤੇ ਪ੍ਰਵਾਨ ਹੋ ਜਾਏ।
ਕਿਰਪਾ ਕਰਕੇ ਮੈਨੂੰ ਕੋਈ ਸੇਵਾ ਬਖਸ਼ ਦਿਓ। ਨੋਟ ਕਰਿਓ, ਬਹੁਤ ਇੰਪੋਰਟੈਂਟ ਗੱਲ ਹੈ, ਸਾਰੇ ਮੇਰੇ ਵੀਰਾਂ ਨੂੰ ਨੋਟ ਕਰਨ ਵਾਲੀ ਗੱਲ ਹੈ ਕਿ ਬਾਬਰ ਤੋਂ ਲੈ ਕੇ ਅੱਜ ਤੱਕ ਵਕਤ ਦੇ ਹਾਕਮਾਂ ਦੇ ਨਾਲ ਸਿੱਖਾਂ ਦੀ ਕਦੇ ਬਹੁਤੀ ਬਣੀ ਨਹੀਂ, ਪਰ ਜੇ ਕਦੇ ਬਣਦੀ ਹੈ ਕਿਸੇ ਇੱਕ ਅੱਧੇ ਟਾਵੇਂ ਟੱਲੇ ਅਕਬਰ ਵਰਗੇ ਦੇ ਨਾਲ, ਤਾਂ ਕਦੇ ਵੀ ਸਿੱਖਾਂ ਨੇ ਜਾਂ ਗੁਰੂ ਸਾਹਿਬ ਨੇ ਮੁਲਕ ਦੇ ਬਾਦਸ਼ਾਹ ਤੋਂ ਕੋਈ ਨਿੱਜੀ ਲਾਹਾ ਨਹੀਂ ਲਿਆ, ਬਲਕਿ ਸਰਬੱਤ ਪੱਖੀ ਗੱਲ ਕੀਤੀ। ਇਹੀ ਅਕਬਰ ਮੈਂ ਥੋੜਾ ਜਿਹਾ ਯਾਦ ਕਰਵਾਉਣਾ ਚਾਹੁੰਦਾ, ਜਦੋਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਬੇਨਤੀ ਕਰਦਾ ਤੀਜੇ ਪਾਤਸ਼ਾਹ ਕੋਲ ਕਿ ਸਤਿਗੁਰੂ ਮੈਂ ਕੀ ਸੇਵਾ ਕਰਾਂ, ਤਾਂ ਤੀਜੇ ਪਾਤਸ਼ਾਹ ਨੇ ਇਹਦੇ ਤੋਂ ਦੋ ਵੱਡੇ ਕੰਮ ਕਰਵਾਏ। ਇੱਕ ਤਾਂ ਹਿੰਦੂ ਵੀਰ ਜਦੋਂ ਜਾਂਦੇ ਸੀ ਤੀਰਥ ਸਥਾਨਾਂ ਤੇ, ਉਹਨਾਂ ਨੂੰ ਟੈਕਸ ਲੱਗਦਾ ਸੀ, ਜਜੀਆ ਕਹਿੰਦੇ ਆ ਜਿਹਨੂੰ। ਗੁਰੂ ਪਾਤਸ਼ਾਹ ਦਾ ਸਿਧਾਂਤ ਬੜਾ ਸਪਸ਼ਟ ਹੈ, ਤੀਰਥ ਨਾਵਨ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜੇ ਹਿੰਦੂ ਵੀਰ ਆਪਣੇ ਮਨੌਤਾਂ ਦੇ ਮੁਤਾਬਕ ਤੀਰਥ ਸਥਾਨਾਂ ਤੇ ਜਾਂਦੇ ਆ ਤਾਂ ਉਹਨਾਂ ਦੇ ਉੱਤੇ ਵੀ ਟੈਕਸ ਨਹੀਂ ਲੱਗਣਾ ਚਾਹੀਦਾ। ਇੱਕ ਟੈਕਸ ਬੰਦ ਕਰਵਾਇਆ, ਤੇ ਦੂਜਾ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਜਿੱਥੇ ਗੁਰਬਾਣੀ ਵਿੱਚ ਲਿਖਿਆ ਸਤੀਆਂ ਇਹ ਨਾ ਆਖੀਆਂ ਜੋ ਮਣਿਆ ਲੱਗ ਜਲਨ, ਉੱਥੇ ਮੁਲਕ ਦੇ ਬਾਦਸ਼ਾਹ ਅਕਬਰ ਨੂੰ ਕਹਿ ਕੇ ਸਤੀ ਪ੍ਰਥਾ ਬੰਦ ਕਰਵਾਈ ਸੀ। ਇਸੇ ਤਰ੍ਹਾਂ ਜੇ ਅਕਬਰ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਆਇਆ ਤਾਂ ਮੇਰੇ ਮਾਲਕ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਹਾ, ਅਕਬਰ ਜੇ ਤੂੰ ਮੇਰੀਆਂ ਖੁਸ਼ੀਆਂ ਲੈਣਾ ਚਾਹੁੰਦਾ, ਜੇ ਤੂੰ ਚਾਹੁੰਦਾ ਕਿ ਗੁਰੂ ਘਰ 'ਚ ਤੇਰੀ ਹਾਜ਼ਰੀ ਪ੍ਰਵਾਨ ਹੋ ਜਾਏ, ਤਾਂ ਤੈਨੂੰ ਇੱਕੋ ਕੰਮ ਕਰਨਾ ਪੈਣਾ। ਧਿਆਨ ਦਿਓ, ਸਾਡੇ ਨਾਲ ਇਸ ਸੈਮੀਨਾਰ ਦੇ ਵਿੱਚ ਬਹੁਤ ਸਾਰੇ ਕਿਸਾਨ ਵੀਰ ਜੁੜੇ ਹੋਏ ਨੇ ਪਿਛਲੇ ਦਿਨਾਂ ਤੋਂ ਲਗਾਤਾਰ। ਇਹ ਗੱਲ ਬੜੀ ਜ਼ਰੂਰੀ ਹੈ ਸਮਝਣ ਵਾਲੀ। ਅਕਬਰ ਹੱਥ ਬੰਨ ਕੇ ਗੁਰੂ ਨੂੰ ਕਹਿ ਰਿਹਾ, ਮਹਾਰਾਜ ਸੇਵਾ ਬਖਸ਼ੋ, ਤਾਂ ਮੇਰੇ ਮਾਲਕ ਨੇ ਕਿਹਾ ਅੱਜ ਕਿਸਾਨ ਆਰਥਿਕ ਤੌਰ ਤੇ ਬਹੁਤ ਮੰਦਹਾਲੀ ਵਿੱਚ ਵਿਚਰ ਰਿਹਾ, ਤੇਰੀ ਇੱਕੋ ਹੀ ਸੇਵਾ ਹੈ, ਕਿਸਾਨਾਂ ਦਾ ਮਾਮਲਾ ਮਾਫ ਕਰ ਦੇ। ਅੱਜ ਕਿਸਾਨੀ ਦੇ ਹੱਕਾਂ ਦੀਆਂ ਗੱਲਾਂ ਜ਼ੁਬਾਨੀ ਕਲਾਮੀ ਹੁੰਦੀਆਂ ਨੇ, ਇਹ ਗੱਲ ਵੱਖਰੀ ਹੈ ਕਿ ਅੱਜ ਜਿਹੜੀ ਸੈਂਟਰ ਦੀ ਸਰਕਾਰ ਹੈ, ਜਿਸ ਕਿਸਮ ਦੇ ਆਰਡੀਨੈਂਸ ਲਿਆ ਰਹੀ ਹੈ, ਜਿਸ ਕਿਸਮ ਦੇ ਨਿਯਮ ਬਣਾਏ ਜਾ ਰਹੇ ਨੇ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਤੋਂ, ਉਹ ਜ਼ਮੀਨਾਂ ਮੈਂ ਗੱਲ ਕਰਨੀ ਚਾਹੁੰਦਾ ਜਿਹੜੀਆਂ ਜ਼ਮੀਨਾਂ ਦੇ ਮਾਲਕ ਸਾਡੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਅੱਜ ਫਿਰ ਤੋਂ ਮੌਜੂਦਾ ਗਵਰਨਮੈਂਟ ਸੈਂਟਰ ਸਰਕਾਰ ਭਾਰਤ ਦੀ ਜਿਹੜੀ ਹੈ ਉਹ ਕਿਸਾਨਾਂ ਨੂੰ ਜ਼ਮੀਨਾਂ ਤੋਂ ਖਾਲੀ ਕਰਨ ਵਾਲੇ ਪਾਸੇ ਤੁਰੀ ਹੋਈ ਹੈ, ਜਿਹੜੀ ਗੱਲ ਨੂੰ ਸਮਝਣ ਦੀ ਲੋੜ ਹੈ। ਔਰ ਇਸ ਮਸਲੇ ਦੇ ਉੱਤੇ ਜਿਹੜੀਆਂ ਖੇਤਰੀ ਪਾਰਟੀਆਂ ਨੇ ਜਾਂ ਹੋਰ ਸਾਰੇ ਜਿਹੜਾ ਮੀਡੀਆ ਦਾ ਹਿੱਸਾ ਉਹ ਵੀ ਬਹੁਤ ਵੱਡੇ ਪੱਧਰ ਤੇ ਚੁੱਪ ਕੀਤਾ ਹੋਇਆ ਜਾਂ ਸਿਰਫ ਟਾਈਮ ਪਾਸ ਕਰ ਰਿਹਾ। ਮੈਂ ਗੱਲ ਫਿਰ ਨੇੜੇ ਰੱਖਾਂ, ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਅੱਜ ਤੋਂ ਸੈਂਕੜੇ ਵਰੇ ਪਹਿਲਾਂ ਸਨ 1598 ਦੇ ਵਿੱਚ ਕਿਸਾਨਾਂ ਦਾ ਮਾਮਲਾ ਮਾਫ ਕਰਵਾਇਆ, ਇਹ ਕਾਰਜ ਕਰਵਾਇਆ। ਇਹ ਆਪਾਂ ਕਿਸੇ ਦਿਨ ਵੱਖਰਾ ਰੱਖਾਂਗੇ ਕਿ ਕਿਸਾਨਾਂ ਦਾ ਸਿੱਖੀ ਵਿੱਚ ਕਿੰਨਾ ਵੱਡਾ ਰੋਲ ਹੈ ਔਰ ਗੁਰਬਾਣੀ ਔਰ ਇਤਿਹਾਸ ਦੇ ਵਿੱਚ ਕਿਸਾਨੀ ਦਾ ਕਿੰਨਾ ਵੱਡਾ ਜ਼ਿਕਰ ਹੈ। ਖੈਰ, ਇਹ ਕਾਰਜ ਗੁਰੂ ਪਾਤਸ਼ਾਹ ਨੇ ਕਰਵਾਇਆ। ਸਨ 1601 ਤੋਂ 1604 ਦੇ ਦਰਮਿਆਨ ਜਿਹੜਾ ਸਭ ਤੋਂ ਵੱਡਾ ਕਾਰਜ ਹੋਇਆ ਮਨੁੱਖਤਾ ਦੇ ਲਈ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ। ਆਦਿ ਗ੍ਰੰਥ ਸਾਹਿਬ ਦਾ ਸੰਪਾਦਨ, ਜਿਹਨੂੰ ਅੱਜ ਅਸੀਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ, ਪੁਰਾਣਾ ਨਾਂ ਗੁਰੂ ਅਰਜਨ ਸਾਹਿਬ ਦੇ ਵਕਤ ਆਦਿ ਗ੍ਰੰਥ ਸਾਹਿਬ ਕਹਿੰਦੇ ਸੀ। ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਇਹ ਦੁਨੀਆ ਦੀ ਤਵਾਰੀਖ ਦੇ ਵਿੱਚ ਪਹਿਲੀ ਉਦਾਹਰਣ ਹੈ ਕਿ ਇੱਕ ਗੁਰੂ ਨੇ ਆਪ ਸਰੀਰ ਵਿੱਚ ਰਹਿੰਦਿਆਂ ਆਪਣੀ ਬਾਣੀ ਨੂੰ ਜਿਹੜਾ ਸੰਪਾਦਿਤ ਕੀਤਾ ਹੋਵੇ, ਬਾਕੀ ਭਗਤ ਸਾਹਿਬਾਨ ਦੀ ਬਾਣੀ ਨੂੰ। ਬਾਕੀ ਜਿੰਨੇ ਵੀ ਮਜ਼ਹਬ ਨੇ, ਸਾਰੇ ਸਤਿਕਾਰਯੋਗ ਮਜ਼ਹਬਾਂ ਦੇ ਜਿਹੜੇ ਧਰਮ ਗ੍ਰੰਥ ਨੇ, ਉਹਨਾਂ ਪੀਰਾਂ ਪੈਗੰਬਰਾਂ ਦੇਵਤਿਆਂ ਦੇ ਸਰੀਰਕ ਤੌਰ ਤੇ ਚਲੇ ਜਾਣ ਤੋਂ ਕਈ ਸਾਲਾਂ ਬਾਅਦ ਹੋਂਦ ਵਿੱਚ ਆਏ ਨੇ। ਆਪਾਂ ਇੱਕ ਇੱਕ ਦਾ ਡਿਟੇਲ 'ਚ ਜ਼ਿਕਰ ਨਹੀਂ ਕਰ ਰਹੇ। ਹੁਣ ਗੁਰੂ ਅਰਜਨ ਸਾਹਿਬ ਨੇ ਸੰਪਾਦਨਾ ਕੀਤੀ। ਸੰਪਾਦਨਾ ਦੇ ਕਈ ਕਾਰਨ ਨੇ। ਇੱਕ ਕਾਰਨ ਇਹ ਵੀ ਹੈ ਕਿ ਜਿਹੜੀ ਕੱਚੀ ਬਾਣੀ ਹੈ ਉਹ ਮਿਕਸ ਹੋਣ ਲੱਗੀ ਸੀ।
ਜਿਵੇਂ ਆਪਾਂ ਅੱਜ ਵੀ ਕਈ ਟਰਾਲੀਆਂ ਦੇ ਉੱਪਰ ਲਿਖਿਆ ਹੁੰਦਾ ਜਾਂ ਬੜੇ ਲੋਕ ਪੜ੍ਹ ਦਿੰਦੇ ਆ, ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਹਾਲਾਂਕਿ ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਹੈ, ਇਹ ਕੱਚੀ ਬਾਣੀ ਹੈ ਜਿਹੜੀ ਮਿਕਸ ਹੋਈ ਹੋਈ। ਮਿਹਰਬਾਨ ਨੇ ਜਿਹੜੀ ਨਾਨਕ ਲਫ਼ਜ਼ ਵਰਤ ਕੇ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਸੀਗੀ, ਉਹਨੂੰ ਕਈ ਲੋਕ ਅੱਜ ਵੀ ਗੁਰਬਾਣੀ ਸਮਝੀ ਜਾ ਰਹੇ ਆ ਭੁਲੇਖੇ ਦੇ ਵਿੱਚ। ਖੈਰ, ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾਇਆ ਔਰ ਫਿਰ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਹੋਇਆ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ। ਇਹ ਕਾਰਜ ਜਦੋਂ ਹੋ ਰਿਹਾ ਸੀ ਸੰਪਾਦਨਾ ਦਾ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ, ਉਹ ਹੈ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ। ਜਦੋਂ ਸੰਪਾਦਨਾ ਦਾ ਕਾਰਜ ਚੱਲ ਰਿਹਾ ਸੀ ਤਾਂ ਉਸ ਵਕਤ ਪੀਲੂ, ਛੱਜੂ, ਕਾਨਾ, ਸ਼ਾਹ ਹੁਸੈਨ ਹੋਰੀ ਜਿਹੜੇ ਉਸ ਵਕਤ ਦੇ ਆਪਣੇ ਆਪ ਨੂੰ ਭਗਤ ਅਖਵਾਉਂਦੇ ਸੀ, ਇਹ ਵੀ ਆਪਣੀਆਂ ਲਿਖਤਾਂ ਲੈ ਕੇ ਆਏ ਕਿ 4-4 ਲਾਈਨਾਂ ਵਿੱਚ ਸਾਡੀਆਂ ਵੀ ਲਿਖ ਦਿਓ ਜੇ ਸਾਰਿਆਂ ਦਾ ਲਿਖ ਰਹੇ। ਧਿਆਨ ਰੱਖਿਓ, ਅੱਜ ਅਸੀਂ ਬਹੁਤ ਵੱਡਾ ਭੁਲੇਖਾ ਖਾਂਦੇ ਹਾਂ ਕਿ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਸਾਰੇ ਭਗਤਾਂ ਦੀ ਜਿਹੜਾ ਆਇਆ ਉਹਦੀ ਦਰਜ ਕਰ ਦਿੱਤੀ ਬਾਣੀ। ਇਸ ਤਰ੍ਹਾਂ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸਤਪੁਰਸ਼ ਜਿਹੜੇ ਪ੍ਰਮਾਤਮਾ 'ਚ ਅਭੇਦ ਹੋਏ, ਜਿਹੜੇ ਬਚਨ ਉਹਨਾਂ ਦੇ ਸਮਾਜ ਲਈ ਕਲਿਆਣਕਾਰੀ ਨੇ, ਉਹ ਦਰਜ ਕੀਤੇ। ਤਾਂ ਪੀਲੂ, ਛੱਜੂ, ਕਾਨਾ, ਸ਼ਾਹ ਹੁਸੈਨ ਹੋਰਾਂ ਦੀ ਰਚਨਾ ਨੂੰ ਸੁਣ ਕੇ ਵੀ ਵੇਖਿਆ ਗਿਆ, ਇਹਨਾਂ ਨੇ ਇਸ ਕਿਸਮ ਦੇ ਬਚਨ ਆਪਣੇ ਬੋਲ ਲਿਖੇ ਸੀ। ਜਿਵੇਂ ਕਾਨੇ ਨੇ ਲਿਖਿਆ ਸੀ, ਮੈਂ ਉਹੀ ਰੇ ਜਾ ਕੋ ਵੇਦ ਪੁਰਾਨਾ ਗਾਵੇਂ, ਖੋਜਤ ਖੋਜ ਨਾ ਕੋਈ ਰੇ। ਇਸੇ ਤਰ੍ਹਾਂ ਸ਼ਾਹ ਹੁਸੈਨ ਨੇ ਲਿਖਿਆ ਸੀ, ਚੁੱਪ ਵੇੜਿਆ ਬੋਲਣ ਦੀ ਨਾ ਜਾਈ ਵੇੜਿਆ। ਮੇਰਾ ਮਤਲਬ ਕਿ ਗੁਰਮਤ ਤੋਂ ਉਲਟ ਲਿਖੀਆਂ ਹੋਈਆਂ ਗੱਲਾਂ ਸੀ, ਕਿਸੇ ਨੇ ਔਰਤ ਦੀ ਨਿਖੇਧੀ ਕੀਤੀ ਸੀ। ਤਾਂ ਗੁਰੂ ਪਾਤਸ਼ਾਹ ਨੇ ਇਹਨਾਂ ਦੀ ਲਿਖਤ ਦਰਜ ਨਹੀਂ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਲਈ ਇਹ ਸ਼ਹਾਦਤ ਹੁੰਦੀ ਹੈ। ਤਾਂ ਜਦੋਂ ਇਹਨਾਂ ਨੂੰ ਜਵਾਬ ਦਿੱਤਾ, ਇਹ ਬਹੁਤ ਤੜਫੇ। ਕਾਨਾ ਜਿਹੜਾ ਇਹਨਾਂ ਚੋਂ ਸੀ, ਇਹ ਚੰਦੂ ਦਾ ਚਚੇਰਾ ਭਰਾ ਸੀਗਾ। ਤਾਂ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਆਦਿ ਗ੍ਰੰਥ ਸਾਹਿਬ ਤਿਆਰ ਕੀਤਾ, ਤਾਂ ਇਹ ਪੀਲੂ, ਛੱਜੂ, ਕਾਨਾ, ਸ਼ਾਹ ਹੁਸੈਨ ਹੋਰਾਂ ਦੇ ਸਾਰੇ ਚੇਲੇ ਚਾਟੜੇ, ਸਨਾਤਨੀ, ਚੰਦੂ, ਪਿਰਥੀ ਚੰਦ, ਇਹ ਸਾਰੀ ਦੁਸ਼ਟ ਚੌਂਕੜੀ ਫਿਰ ਤੋਂ ਅਕਬਰ ਦੇ ਕੰਨ ਭਰਨ ਲੱਗੀ ਕਿ ਜੀ ਤੁਸੀਂ ਗੁਰੂ ਅਰਜਨ ਸਾਹਿਬ ਨੂੰ ਕੁਝ ਕਹਿ ਨਹੀਂ ਰਹੇ। ਹੁਣ ਤਾਂ ਉਹਨੇ ਹੱਦ ਕਰ ਦਿੱਤੀ ਹੈ ਕਿ ਉਹਨੇ ਇਸ ਕਿਸਮ ਦਾ ਇੱਕ ਗ੍ਰੰਥ ਤਿਆਰ ਕੀਤਾ ਜਿਹਦੇ ਵਿੱਚ ਮੁਹੰਮਦ ਸਾਹਿਬ ਦੀ ਵੀ ਤੋਹੀਨ ਕੀਤੀ ਹੈ ਔਰ ਹਿੰਦੂ ਦੇਵੀ ਦੇਵਤਿਆਂ ਨੂੰ ਵੀ ਭੰਡਿਆ। ਜਦੋਂ ਅਕਬਰ ਦੇ ਵਾਰ-ਵਾਰ ਕੰਨ ਭਰੇ ਗਏ, ਅਕਬਰ ਬਟਾਲੇ ਵਾਲੇ ਪਾਸੇ ਆਇਆ ਸੀ, ਤਾਂ ਅਕਬਰ ਨੇ ਇਤਿਹਾਸ ਦੱਸਦਾ ਕਿ ਸਤਿਕਾਰ ਨਾਲ ਇੱਕ ਚਿੱਠੀ ਗੁਰੂ ਅਰਜਨ ਸਾਹਿਬ ਨੂੰ ਲਿਖੀ ਕਿ ਮੈਂ ਆਦਿ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਚਾਹੁੰਦਾ। ਤਾਂ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਜੀ ਨੂੰ ਆਦਿ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਅਕਬਰ ਕੋਲ ਭੇਜਿਆ। ਤਾਂ ਉੱਥੇ ਇਹ ਸਾਰੇ ਦੁਸ਼ਟ ਗੁਰੂ ਘਰ ਦੇ ਦੋਖੀ ਇਕੱਠੇ ਹੋਏ ਬੈਠੇ ਸੀ। ਕਹਿੰਦੇ ਜੀ ਆਹੀ ਹੈ ਉਹ ਗ੍ਰੰਥ ਜਿਹੜੇ ਗ੍ਰੰਥ ਦੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਤਾਂ ਉਸ ਵਕਤ ਜਦੋਂ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਏਦਾਂ ਪ੍ਰਕਾਸ਼ ਕਰਕੇ ਪਹਿਲਾ ਸ਼ਬਦ ਜਿਹੜਾ ਪੜ੍ਹ ਕੇ ਸੁਣਾਇਆ ਉਹ ਸੀ ਤਲੰਗ ਮਹਿਲਾ ਪੰਜਵਾਂ। ਖਾਕ ਨੂਰ ਕਰਦਮ ਆਲਮ ਦੁਨੀਆਏ, ਅਸਮਾਨ ਜਿਮੀ ਦਰਖਤ ਆਪ ਪੈਦਾਇਸ਼ ਖੁਦਾਏ, ਬੰਦੇ ਚਸ਼ਮ ਦੀਦਮ ਫਨਾਏ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ। ਅਕਬਰ ਨੂੰ ਦੇ ਅੰਦਰ ਨੂੰ ਸਕੂਨ ਮਿਲਿਆ ਤੇ ਇਹ ਜਿੰਨੇ ਵੀ ਗੁਰੂ ਘਰ ਦੇ ਦੋਖੀ ਸੀ ਜਿਹੜਾ ਨੇ ਮੁਕੱਦਮਾ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇ ਬੈਨ ਕਰਨ ਦੇ ਲਈ, ਤਾਂ ਉਹਨਾਂ ਲੋਕਾਂ ਨੂੰ ਲੱਗਿਆ, ਉਹ ਕਹਿੰਦੇ ਜੀ ਇਹ ਤਾਂ ਹੱਦ ਦੇ ਕੇ ਲੈ ਆਏ, ਨਿਸ਼ਾਨੀ ਲਾ ਕੇ ਉੱਥੋਂ ਖੋਲ ਕੇ ਇਹਨਾਂ ਨੇ ਪੜ੍ਹ ਕੇ ਸੁਣਾਤਾ। ਤਾਂ ਅਕਬਰ ਨੇ ਕੁਝ ਅੰਕ ਬਦਲੇ ਕਿ ਲਓ ਜੀ ਹੁਣ ਸੁਣਾਓ। ਤਾਂ ਕੁਝ ਅੰਕ ਬਦਲ ਕੇ ਜਦੋਂ ਪੜਿਆ ਗਿਆ ਤਾਂ ਦੂਜੀ ਵਾਰੀ ਸ਼ਬਦ ਆਇਆ ਮਾਰੂ ਮਹਿਲਾ ਪੰਜਵਾਂ, ਅੱਲਾ ਅਗਮ ਖੁਦਾਈ ਬੰਦੇ, ਛੋੜ ਖਿਆਲ ਮਾਇਆ ਕੇ ਧੰਦੇ, ਖੋਏ ਪੈ ਖਾਕ ਫਕੀਰ ਮੁਸਾਫਰ, ਇਹ ਦਰਵੇਸ਼ ਕਬੂਲ ਦਰਾਂ। ਇਹ ਪੂਰਾ ਸ਼ਬਦ ਪੜ੍ਹ ਕੇ ਸੁਣਾਇਆ। ਤਾਂ ਚੰਦੂ ਕਹਿੰਦਾ ਜੀ ਗੁਰਮੁਖੀ ਤਾਂ ਸਾਨੂੰ ਆਉਂਦੀ ਨਹੀਂ,
ਹੋ ਸਕਦਾ ਆਪਣੇ ਕੋਲੋਂ ਹੀ ਜੋੜ ਜੋੜ ਕੇ ਸੁਣਾਉਂਦੇ ਹੁਣ, ਲਿਖਿਆ ਕੁਝ ਹੋਰ ਹੋਵੇ, ਸੁਣਾ ਕੁਝ ਹੋਰ ਰਹੇ ਹੋਣ। ਤਾਂ ਚੰਦੂ ਨੇ, ਮੈਕਾਲਫ ਨੇ ਇਹ ਗੱਲ ਲਿਖੀ ਹੈ। ਚੰਦੂ ਕਹਿੰਦਾ ਜੀ ਸਾਡਾ ਬੰਦਾ ਪੜ੍ਹੇਗਾ, ਇਹਦਾ ਨਾਂ ਲਿਖਿਆ ਸਾਹਿਬ ਦਿਆਲ। ਸਾਹਿਬ ਦਿਆਲ ਜਿਹੜਾ ਠੀਕ ਠਾਕ ਗੁਰਮੁਖੀ ਪੜ੍ਹ ਸਕਦਾ ਸੀ, ਉਹਨੂੰ ਕਿਹਾ ਗਿਆ। ਤਾਂ ਮੈਕਾਲਫ ਜ਼ਿਕਰ ਕਰਦਾ ਹੈ ਕਿ ਸਾਹਿਬ ਦਿਆਲ ਨੇ ਪੜ੍ਹਿਆ ਸ਼ਬਦ ਕੁਝ ਅੰਕ ਪਲਟ ਕੇ, ਘਰ ਮੈਂ ਠਾਕੁਰ ਨਦਰ ਨਾ ਆਵੇ, ਗੱਲ ਮੈਂ ਪਾਹਨ ਲੈ ਲਟਕਾਵੇ। ਔਰ ਬਹੁਤੇ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਤੀਜੀ ਵਾਰ ਜਿਹੜਾ ਸ਼ਬਦ ਆਇਆ ਉਹ ਪ੍ਰਭਾਤੀ ਰਾਗ ਵਿਚਲਾ ਸ਼ਬਦ ਸੀ ਭਗਤ ਕਬੀਰ ਸਾਹਿਬ ਮਹਾਰਾਜ ਦਾ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਾ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਸ਼ਬਦ ਸੁਣ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਐਸੀ ਬਖਸ਼ਿਸ਼ ਹੋਈ। 3 ਸ਼ਬਦ ਗੁਰੂ ਅਰਜਨ ਸਾਹਿਬ ਦੇ ਆਏ। ਤਾਂ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਕਿ ਐਸੀ ਬਖਸ਼ਿਸ਼ ਗੁਰੂ ਗ੍ਰੰਥ ਸਾਹਿਬ ਦੀ ਉੱਥੇ ਹੋਈ ਕਿ ਅਕਬਰ ਗੁਰਬਾਣੀ ਤੋਂ ਇੰਨਾ ਪ੍ਰਭਾਵਿਤ ਹੋ ਗਿਆ, ਉਹਨੇ ਗੁਰੂ ਗ੍ਰੰਥ ਸਾਹਿਬ ਤੇ ਬੈਨ ਲਾਉਣ ਦੀ ਗੱਲ ਕਰਨ ਵਾਲਿਆਂ ਨੂੰ ਧੱਕੇ ਮਾਰ ਕੇ ਬਾਹਰ ਕਢਵਾਇਆ। 51 ਮੋਹਰਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਪਵਿੱਤਰ ਗ੍ਰੰਥ ਕਹਿ ਕੇ ਸੀਸ ਝੁਕਾਇਆ। ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੂੰ ਸਿਰਪਾਓ ਭੇਟਾ ਕੀਤੇ, ਮਾਨ ਸਨਮਾਨ ਹੋਇਆ। ਮੇਰਾ ਮਤਲਬ ਹੈ ਕਿ ਅਕਬਰ ਦੇ ਰਾਜ ਭਾਗ ਦੇ ਦੌਰਾਨ ਇਹ ਦੁਸ਼ਟ ਚੌਂਕੜੀ ਅਖੌਤੀ ਧਾਰਮਿਕ ਲੋਕਾਂ ਦੀ ਕੋਈ ਵੀ ਪੇਸ਼ ਨਾ ਚੱਲੀ। ਔਰ ਅਕਬਰ ਜਿਹੜਾ ਸੀ ਉਹ ਆਪਣੇ ਪੁੱਤ ਸਲੀਮ ਦੀਆਂ ਨੀਤੀਆਂ ਤੋਂ ਤੰਗ ਆਇਆ ਹੋਇਆ ਸੀ। ਸਲੀਮ ਜਹਾਂਗੀਰ ਦਾ ਪਿਛਲਾ ਨਾਂ ਹੈ, ਨੋਟ ਕਰੇ। ਅਕਬਰ ਜਿਹੜਾ ਸੀ ਇਹ ਆਪਣੇ ਪੁੱਤ ਸਲੀਮ ਨੂੰ ਨਹੀਂ ਬਲਕਿ ਆਪਣੇ ਪੋਤੇ ਖੁਸਰੋ ਨੂੰ ਗੱਦੀ ਦੇਣਾ ਚਾਹੁੰਦਾ ਸੀ। ਪਰ ਗੁਰੂ ਅਰਜਨ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹਦੇ ਵਿੱਚ ਬਹੁਤ ਵੱਡਾ ਰੋਲ ਨਕਸਬੰਦੀਆਂ ਦਾ। ਮੈਂ ਗੱਦੀ ਵਾਲੀ ਗੱਲ ਇਸ ਕਰਕੇ ਛੇੜੀ ਹੈ ਨਾਲ ਕਿ ਜਿਹੜੀ ਗੱਦੀ ਅਕਬਰ ਤੋਂ ਬਾਅਦ ਜਹਾਂਗੀਰ ਨੂੰ ਮਿਲੀ, ਇਹ ਨਕਸਬੰਦੀਆਂ ਨੇ ਜਿਹੜੀ ਆ ਦਵਾਈ ਸੀ। ਜਦੋਂ ਅਕਬਰ ਨੇ ਇਹ ਪਲੈਨਿੰਗ ਬਣਾ ਲਿਆ ਕਿ ਮੈਂ ਖੁਸਰੋ ਨੂੰ ਗੱਦੀ ਦੇਵਾਂ, ਉਹ ਸੋਚ ਰਿਹਾ ਸੀ ਇਸ ਤਰ੍ਹਾਂ, ਤਾਂ ਜਿਹੜੇ ਨਕਸਬੰਦੀ ਨੇ ਇਹ ਆਪਣੇ ਆਪ ਨੂੰ ਇਸਲਾਮ ਦੇ ਠੇਕੇਦਾਰ ਅਖਵਾਉਂਦੇ ਨੇ ਔਰ ਗੁਰੂ ਘਰ ਦੇ ਮੁੱਢ ਤੋਂ ਦੁਖੀ ਰਹੇ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਵਿੱਚ ਨਕਸਬੰਦੀਆਂ ਦਾ ਅਹਿਮ ਰੋਲ ਹੈ। ਉਸ ਵਕਤ ਇਹਨਾਂ ਦਾ ਆਗੂ ਹੈ ਸ਼ੇਖ ਅਹਿਮਦ ਸਰਹੰਦੀ ਜੀ ਦੀ ਯਾਦ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਇੱਕ ਮਕਬਰਾ ਬਣਿਆ ਹੋਇਆ। ਸ਼ੇਖ ਅਹਿਮਦ ਸਰਹੰਦੀ, ਇਹਨਾਂ ਨੇ ਪੂਰੀ ਪਲੈਨਿੰਗ ਬਣਾਈ। ਅਕਬਰ ਦੇ ਦਰਬਾਰ ਵਿੱਚ ਇਹਨਾਂ ਨੇ ਆਪਣੇ ਬੰਦੇ ਫਿੱਟ ਕਰਨੇ ਸ਼ੁਰੂ ਕੀਤੇ। ਸ਼ੇਖ ਫਰੀਦ ਬੁਖਾਰੀ ਨੂੰ ਫਿੱਟ ਕੀਤਾ, ਜਿਹਨੂੰ ਬਾਅਦ ਦੇ ਵਿੱਚ ਮੁਰਤਜ਼ਾ ਖਾਨ ਦਾ ਅਵਾਰਡ ਦਿੱਤਾ ਗਿਆ। ਤਾਂ ਇਹਨਾਂ ਨੇ ਅੰਦਰੋਂ ਅੰਦਰੀ ਇਹ ਮਾਹੌਲ ਬਣਾਉਂਦੇ ਰਹੇ ਕਿ ਜਿਹੜੀ ਗੱਦੀ ਹੈ ਉਹ ਖੁਸਰੋ ਨੂੰ ਹੀ ਸਲੀਮ ਨੂੰ ਮਿਲੇ, ਜਹਾਂਗੀਰ ਨੂੰ ਮਿਲੇ। ਤੇ ਇੱਕ ਪਾਸੇ ਇਹ ਅਕਬਰ ਦੇ ਦਰਬਾਰ 'ਚ ਜਹਾਂਗੀਰ ਲਈ ਮਾਹੌਲ ਤਿਆਰ ਕਰ ਰਹੇ ਸੀ ਤੇ ਦੂਜੇ ਪਾਸੇ ਸ਼ੇਖ ਅਹਿਮਦ ਸਰਹੰਦੀ ਹੋਰੀ ਜਹਾਂਗੀਰ ਨੂੰ ਇਹ ਸਮਝਾ ਰਹੇ ਸੀ ਕਿ ਅਸੀਂ ਤੈਨੂੰ ਗੱਦੀ ਦਿਵਾਉਣ ਦਾ ਯਤਨ ਕਰ ਰਹੇ ਹਾਂ, ਪਰ ਤੂੰ ਖਿਆਲ ਰੱਖੀ ਗੱਦੀ ਤੇ ਬੈਠ ਕੇ ਆਪਣੇ ਪਿਓ ਵਾਲੀਆਂ ਨੀਤੀਆਂ ਨਹੀਂ ਅਪਣਾਉਣੀਆਂ, ਤੂੰ ਇਸਲਾਮ ਦਾ ਬਾਦਸ਼ਾਹ ਬਣ ਕੇ ਵਿਚਰਨਾ ਹੋਊਗਾ। ਇਸ ਤਰੀਕੇ ਦੇ ਨਾਲ ਇਹ ਯਤਨ ਕਰਦੇ ਰਹੇ। ਤਾਂ ਜਦੋਂ 17 ਅਕਤੂਬਰ 1605 ਦੇ ਵਿੱਚ ਅਕਬਰ ਦੀ ਮੌਤ ਤੋਂ ਬਾਅਦ ਸਲੀਮ ਆਪਣਾ ਨਾਮ ਜਹਾਂਗੀਰ ਰੱਖ ਕੇ ਤਖਤ ਤੇ ਬੈਠਿਆ, ਤਾਂ ਜਹਾਂਗੀਰ ਆਪਣੀ ਲਿਖਤ ਤੁੱਜ ਕੇ ਜਹਾਂਗੀਰ ਦੇ ਵਿੱਚ ਆਪ ਵੀ ਇਹ ਗੱਲ ਲਿਖਦਾ ਹੈ ਕਿ ਮੈਂ ਬਹੁਤ ਲੰਮੇ ਸਮੇਂ ਤੋਂ ਸੋਚ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਕਿਵੇਂ ਬੰਦ ਕਰਵਾ ਦਿਆਂ। ਉਹ ਗੁਰੂ ਅਰਜਨ ਪਾਤਸ਼ਾਹ ਦੇ ਸੱਚ ਦੇ ਦਰਬਾਰ ਨੂੰ ਝੂਠ ਦੀ ਦੁਕਾਨ ਕਹਿੰਦਾ। ਤਾਂ ਜਹਾਂਗੀਰ ਨੇ ਖੁਦ ਕੱਟੜ ਪ੍ਰਸਤ ਸੀਗਾ, ਤਾਂ ਬਾਕੀ ਜਿਹੜੇ ਸਨਾਤਨੀ ਵੀ ਵਿਰੋਧੀ ਸੀ, ਪ੍ਰਿਥੀ ਚੰਦ ਵੀ ਵਿਰੋਧਤਾ ਕਰ ਰਿਹਾ ਸੀ। ਸਾਰੇ ਪਾਸਿਓਂ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ। ਜਿਹੜੇ ਨਕਸਬੰਦੀ ਨੇ ਇਹ ਵੀ ਵਿਰੋਧ ਦੇ ਵਿੱਚ ਡਟ ਕੇ ਖੜੇ ਸੀ। ਸ਼ੇਖ ਅਹਿਮਦ ਸਰਹੰਦੀ ਨੇ ਏਡਾ ਵੱਡਾ ਰੋਲ ਨਿਭਾਇਆ
कि जहांगीर दे जरनैलां नूं गुरु अर्जन साहब पातशाह के खिलाफ इन्हें 72 चिट्ठियां लिखियां, 72 चिट्ठियां, 72 चिट्ठियां जहांगीर के खिलाफ इन्हें वाहिगुरु गुरु अर्जन पातशाह के खिलाफ जहांगीर के जरनैलां कोल भेजियां। और नक्सबंदी जो इस तरह सारे पासों विरोधता हो रही सी, याद रखियो गुरु अर्जन साहब की शहादत का मुख्य कारण जिहड़ा आदि ग्रंथ साहब की संपादना सी, बाकी जिहड़े छोटे छोटे कई कारण बन गए। पर ज्यादातर साडे प्रचारकां ने प्रचारिया है कि चंदू की लड़की के रिश्ते का जवाब जो गुरु अर्जन साहब ने दिता, इस करके शहादत हो गई। ये एक छोटा जिहा कारण है जिन्होंने बहुत बड़ा बना के पेश कर दिता। बड़ा कारण आदि ग्रंथ साहब की संपादना, क्योंकि इत्थों सारे तड़फ गए कि ऐसा ग्रंथ जिहड़ा बराबरता की गल करदा है, जिहड़ा मनुखता की गल करदा है, जिहड़ा सभी सांझी बालता की गल करदा है। चंदू तां बहुत छोटा जिहा मुलाजम सीगा अकबर दे दरबार विच, नॉर्मल जिहा मुलाजम सी। चंदू गुरदासपुर जिले के रोहेले पिंड दा, मैं दस दियां रोहेले पिंड दा, इहदी बेटी सदा दा रिश्ता तय हो गया सी हरगोबिंद साहब दे नाल। पर जदों इहनूं पता लग्या ने हंकार दे बोल बोले, तुसीं सारिआं ने गल सुनी होनी कि इहने कहा सीगा कि तुसीं तां चवारे दी इट मोरी नूं लाया। एक छोटा जिहा कारण बनिया। बड़ा कारण याद रखियो आदि ग्रंथ साहब की संपादना, और जिहड़ा लोकां दे सामने पेश किया गया कि क्यों असीं गुरु अर्जन साहब नूं शहीद कर रहे हैं, वो सी खुसरो की बगावत। जदों जहांगीर तखत ते बैठिया तां इहदे पुत खुसरो ने बगावत कर दी। खुसरो ने बगावत की। शेख फरीद बुखारी जिहड़ा नक्सबंदियां दा चेला सी, इहनूं पूरा मौका मिल गया ने गल्लां वधा चढ़ा के पेश कीतियां, जिन्हों मुर्तजा खान कहंदे आ कि जी खुसरो बगावत नहीं सी करदा, वो तां गुरु अर्जन साहब ने उहदे तिलक लाया, गुरु अर्जन साहब ने भड़काया। जदों कि इतिहासक सच्चाई ये है कि जिस समय खुसरो गोइंदवाल वाला दरिया पार कर रहा सी, उस वक्त गुरु अर्जन साहब तां अमृतसर साहब दे विच रह रहे सी, वो तां मिले नहीं उस समय। यह गल वखरी है कि कुछ लुकतां दे विच यह मिलदा है जिक्र कि खुसरो जिहड़ा सी वो गुरु अर्जन साहब पातशाह की शख्सियत तो प्रभावित सी। वो अक्सर ये गल कहंदा सी कि मैनूं गुरु के लंगर चों प्रशादा छक के वो स्वाद आउंदा है जिहड़ा घर दी रसोई दे विचों नहीं आउंदा। सो खुसरो दी जिने जिने भी मदद की, उन्हां सारिआं नूं सख्त सजावां दित्तियां। तां यह बहाना गुरु अर्जन साहब का भी बनाया गया कि इन्हां ने भी मदद की। इस किस्म के बहाने बना के मैं संखेप रूप च कहा, मुख्य कारण गुरु अर्जन साहब की शहीदी का आदि ग्रंथ साहब की संपादना। पिरथी चंद भी विरोधी है, नक्सबंदी भी विरोधी है, सनातनी विरोधी ने, अखौती धार्मिक लोक विरोधी ने, जिहड़े वहमां भरमां विच पा के लोकां दी लुੱਟ खसुੱਟ कर रहे हैं, ये सारे विरोधी सी। ये सारे बहाने बना के आखिर गुरु अर्जन साहब सच्चे पातशाह जी नूं मुर्तजा खान दे हवाले किया गया। मुर्तजा खान ने ड्यूटी लाई चंदू दी कि चंदू तसीहे देऊगा, चंदू की निगरानी हेठ गुरु अर्जन साहब नूं तसीहे दिते जाणगे, क्योंकि चंदू की नवीं नवीं दुश्मनी पई है, कोई किसी किस्म की नरमाई ना बरती जाए। तां आखिर गुरु अर्जन साहब सच्चे पातशाह नूं तत्ती तवी ते बिठा के इत्थे दो गल्लां बहुत जरूरी ने समझण वालियां। एक तां शहादत हुई गुरु अर्जन साहब की 30 मई सन 1606 नूं, तत्ती तवी ते बिठाया और फिर गर्म रेत गुरदित भड़पूंजे तो उन्हां दे सीस च पवाया। उस तो बाद तपे हुए शरीर नूं रावी दे ठंडे पानी विच रोड़ के शहीद कर दिता गया। गुरु अर्जन साहब पातशाह लई असी लफ्ज वरतदे हां शहीदां दे सरताज। मैं दो गल्लां इत्थे कहना, आपां संखेप च गल नेड़े भी रखीए। गुरु अर्जन साहब दे लई शहीदां दे सरताज लफ्ज जिहड़ा वो इस करके नहीं वरतिया जांदा कि गुरु अर्जन साहब पहले शहीद होए। याद रखियो दुनिया दे विच गुरु अर्जन साहब तो पहला भी शहादतां हो चुकियां ने। सिख इतिहास दे विच भी गुरु अर्जन साहब तो पहला शहादतां हो चुकियां। कोई विद्वान 2 दर्जन शहीदां की गल करदा है, कोई 1 दर्जन कहंदा है। भाई तारा पोपट जी पहले शहीद है। गुरु अर्जन साहब पातशाह लई शहीदां दे सरताज लफ्ज इस करके वरतिया जांदा है
क्योंकि गुरु अर्जन साहब पातशाह दुनिया की वो पहली शख्सियत ने जिन्होंने समय के विरोधियों ने यह मौका दिता कि जे तुसी दीने इस्लाम कबूल कर लवो तो तुहाडी जान बख्शी जा सकती है। ये पहले शख्स सन जिन्होंने ये मौका मिलिया कि जान बचा सकते हैं, जिंदगी का एक दरवाजा खुला है। पर गुरु पातशाह ने मरणहार यह जीरा नहीं, गुरु पातशाह ने मौत को हस के प्रवान कर लिया। इसलिए गुरु अर्जन साहब लिए लफ्ज वरतते हैं शहीदों के सरताज। गुरु अर्जन साहब तो पहला जिहड़ियां शहादतां होईयां उत्थे शहीदों को शहादतां पाउण तो बिना होर कोई वखरा रस्ता नहीं सी दस्सिया गया। शहीदों के सरताज गुरु अर्जन साहब, क्योंकि उन्होंने जिंदगी जिउण दे लई एक तरीका है, वो अपने सिद्धांत छड्डण जिउ सकते, मौका दिता विरोधियों ने, पर उन्होंने मौत को कबूल किया। और दूसरा मैं बेनती करा, गुरु अर्जन साहब की जिहड़ी शहादत है ये विलक्षण है। विलक्षण क्यों है? इसका कारण है जी कि दुनिया दे विच बहुत सारे महापुरुषों की जिहड़ी परीक्षा कह लो अग नाल लई गई। मैं 3 उदाहरण संखेप च दिना कि फर्क की है गुरु अर्जन साहब की शहादत दे विच। पहली घटना तुहानूं याद है, हज भगत प्रहलाद जी वाली घटना बहुत ज्यादा प्रचलित है। ये प्रचलित हवाले का जिक्र गुरु ग्रंथ साहब दे विच भी दर्ज। आपां सारे जानते हैं हरनाकस ने बहुत कष्ट दिते सी भगत प्रहलाद जी नूं। आखिर ते एक गल कही सी कि जे रब सारियां थावां ते है, तपदे हुए थंम नूं जफ्फी पा लै। तो उत्थे साखीकारां ने लिखिया, तुसीं सारे ने पढ़िया सुनिया भी होना, कईयां ने उदाहरण ऐदां धारणा बनाईयां ने कि जे कीड़ी ना बनदा रामा प्रहलाद डोल जांदा। हालांकि मेरा तो निजी विश्वास ये है कि इहो जे सतपुरुष डोलण वाले नहीं होंदे, पर लोकां दा तुसीं मूंह नहीं फड़ सकदे। वो कहंदे कौंदियां दे उत्ते प्रश्न चिन्ह ला दिंदे, कहंदे भी कीड़ी दिखाई दित्ती प्रहलाद जी नूं, कीड़ी नूं वेख के उन्हां नूं हौसला पै गया। जे कीड़ी दिखाई ना दिंदी, प्रहलाद जी थोड़ा जिहा नेड़े लगदे, सेक लगदा, शायद मुड़े आउंदे पिछे। आपां नहीं ये गल कह रहे, पर जेड़े लोग ये मनते हैं कि जे कीड़ी ना बनता रामा प्रहलाद डोल जाता, इसका मतलब यही बन गया कि अग ने उत्थे अपना सुभाव बदल लिया। स्टोरी विच इस तरह। दूजी घटना इस्लाम दे विच, हजरत इब्राहिम नूं सद्दिया नमरूद ने अपनी कचहरी विच, सद के एक गल कही कि जा तां तू खुदा दी बंदगी बंद कर दे, नहीं तां अग दे भांडां विचों दी लंघावांगे। ये इस्लाम दा इतिहास है कि जदों हजरत इब्राहिम ने अपना एक कदम अग वल पुटिया तां उत्थे अग दी थां ते कमल दे फुੱਲ बन गए। इहदा यह मतलब नहीं कि मेरा कोई निजी तौर पर इन्हां चीज़ां विच विश्वास है जां नहीं विश्वास, पर इस्लाम दा इतिहास ये गल कहंदा है। तीजी घटना जिन्हां दी याद विच असीं गुरु अर्जन साहब पातशाह दी याद च जुड़ के बैठे हां। गुरु अर्जन साहब सच्चे पातशाह जी जदों तत्ती तवी ते बैठण लगे ने, ना तां कोई कीड़ी दिखाई दित्ती, ना इत्थे कमल दे फुੱਲ बने ने, इत्थे अग ने अपना सुभाव नहीं बदलिया, ते गुरु अर्जन साहब सच्चे पातशाह ने अपना सुभाव भी नहीं बदलिया। गुरु अर्जन साहब सच्चे पातशाह अडोल तत्ती तवी ते बैठते हैं, तत्ती तवी ते बैठ के शुक्र करते हैं, तेरा किया मीठा लागा हर नाम पदार्थ नानक मांगया। 30 मई सन 1606 ਨੂੰ शहादत का जाम पींदी। एक बहुत जरूरी गल समझने वाली ये है कि गुरु अर्जन साहब सच्चे पातशाह नूं शहीद करन दे वकत पूरा ख्याल रखा गया कि तत्ती तवी ते बिठाया या ठंडे पानी च सुटिया। अग ते पानी दे नाल शहीद किया। उन्हां दुष्टां ने यह यतन किया कि किसी भी तरीके गुरु अर्जन साहब के खून का कोई भी तुपका जिहड़ा है वो धरती ते ना डिगे। इहदा कारण की है? इहदा कारण है ये समझण दे लई कि गुरु अर्जन साहब नूं तत्ती तवी ते क्यों बिठाया, गुरु अर्जन साहब नूं रावी दे ठंडे पानी च क्यों सुट के शहीद किया। होर भी बड़े तरीके से शहीद करन दे। इस गल नूं समझण लई सानूं जासा व रसानद नूं पढ़ना पवे। जासा व रसानद की है? सन 1218 दे विच मंगोल बरादरी दे चंगेज खान ने एक कानून बनाया। इनू कहंदे आ जासा व रसानत, जिहदा मतलब है अग जां पानी की सजा दिओ।
ਇਹਨਾਂ ਲੋਕਾਂ ਦਾ ਵਿਸ਼ਵਾਸ ਸੀ, ਮੈਂ ਬਹੁਤ ਪਿੱਛੇ ਚਲਾ ਗਿਆ, ਗੱਲ ਕਰ ਰਿਹਾ 1218 ਦਾ। ਉਹਨਾਂ ਲੋਕਾਂ ਦਾ ਇੱਕ ਵਿਸ਼ਵਾਸ ਸੀ ਕਿ ਜੇ ਕਿਸੇ ਵੱਡੇ ਰਾਜਨੀਤਿਕ ਨੂੰ ਜਾਂ ਕਿਸੇ ਧਰਮ ਦੇ ਰਹਿਬਰ ਨੂੰ ਅਸੀਂ ਮਾਰਨਾ ਤਾਂ ਅੱਗ ਨਾਲ ਮਾਰੋ ਜਾਂ ਪਾਣੀ ਨਾਲ ਮਾਰੋ, ਯਤਨ ਕਰੋ ਕਿ ਉਹਦਾ ਕੋਈ ਵੀ ਜਿਹੜਾ ਸਰੀਰ ਦਾ ਕੋਈ ਵੀ ਖੂਨ ਦਾ ਤੁਪਕਾ ਧਰਤੀ ਤੇ ਨਾ ਡਿੱਗੇ। ਜੇ ਧਰਤੀ ਤੇ ਖੂਨ ਡਿੱਗਿਆ ਤਾਂ ਕਈ ਹੋਰ ਉਹਦੇ ਵਰਗੇ ਪੈਦਾ ਹੋ ਜਾਣਗੇ। ਇਸ ਕਿਸਮ ਦਾ ਵਿਸ਼ਵਾਸ ਇਹਨਾਂ ਲੋਕਾਂ ਦਾ ਵੀ ਸੀ। ਇਸੇ ਕਰਕੇ ਇਹਨਾਂ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾ ਕੇ ਆਖਰ ਰਾਵੀ ਦੇ ਪਾਣੀ 'ਚ ਸੁੱਟ ਕੇ ਸ਼ਹੀਦ ਕੀਤਾ। 30 ਮਈ ਸਨ 1606 ਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸ਼ਹਾਦਤ ਹੋਈ। ਹੁਣ ਸ਼ਹਾਦਤ ਦਾ ਅਸਰ ਕੀ ਹੋਇਆ, ਮੈਂ ਬਹੁਤ ਨੇੜੇ ਰੱਖਾਂ ਗੱਲ। ਸ਼ਹਾਦਤ ਦਾ ਅਸਰ ਇਹ ਹੋਇਆ ਕਿ ਕੌਮ ਸ਼ਸਤਰਬੱਧ ਹੋਈ, ਹਥਿਆਰਬੰਦ ਹੋਈ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ 3 ਮੰਗਾਂ ਖਾਸ ਰੱਖੀਆਂ ਸਿੱਖਾਂ ਅੱਗੇ ਕਿ ਨੰਬਰ 1 ਨੌਜਵਾਨੀ ਕੌਮ ਨੂੰ ਚਾਹੀਦੀ ਹੈ, ਸਾਨੂੰ ਚਾਹੀਦੇ ਨੇ ਘੋੜੇ, ਤੇ ਤੀਜੇ ਨੰਬਰ ਤੇ ਸਾਨੂੰ ਚਾਹੀਦੇ ਹਥਿਆਰ। ਜਿਹਨੇ ਭੇਟਾ ਕਰਨਾ ਜਵਾਨੀ ਭੇਟਾ ਕਰੋ, ਘੋੜੇ ਭੇਟਾ ਕਰੋ, ਹਥਿਆਰ ਭੇਟਾ ਕਰੋ। 2 ਤਲਵਾਰਾਂ ਪਹਿਨੀਆਂ ਮੀਰੀ ਪੀਰੀ ਦੀ, ਜਿਹਨੂੰ ਅਸੀਂ ਜਾਣਦੇ ਹਾਂ, ਜਿਹਦਾ ਜ਼ਿਕਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀ ਢਾਡੀ ਬਾਬਾ ਅਬਦੁੱਲਾ ਤੇ ਨੱਥਾ ਜੀ ਨੇ ਕੀਤਾ। 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਸੋ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਕੌਮ ਸ਼ਸਤਰਬੱਧ ਹੁੰਦੀ ਹੈ, ਮੀਰੀ ਪੀਰੀ ਦਾ ਜਿਹੜਾ ਸਿਧਾਂਤ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ, ਉਹਦਾ ਪ੍ਰੈਕਟੀਕਲ ਰੂਪ ਜਿਹੜਾ 6ਵੇਂ ਪਾਤਸ਼ਾਹ ਦੇ ਸਾਹਮਣੇ ਹੁੰਦਾ, 6ਵੇਂ ਪਾਤਸ਼ਾਹ ਦੇ ਮੌਕੇ ਸਾਹਮਣੇ ਆਉਂਦਾ। ਮੀਰੀ ਪੀਰੀ ਇੱਕ ਵੱਖਰਾ ਕਨਸੈਪਟ ਹੈ, ਲੰਮਾ ਚੌੜਾ, ਆਪਾਂ ਕਿਤੇ ਫਿਰ ਗੱਲ ਕਰਾਂਗੇ। ਮੀਰੀ ਪੀਰੀ ਮੋਟੇ ਰੂਪ ਚ ਕਹੀਏ ਕਿ ਧਰਮ ਦੇ ਅਧੀਨ ਰਹਿ ਕੇ ਰਾਜਨੀਤੀ ਕਰਨੀ, ਸੁਰਤ ਵਿੱਚ ਧਰਮ ਹੋਵੇ, ਰਾਜਨੀਤੀ ਦੇ ਘੋੜੇ ਤੇ ਸਵਾਰ ਹੋ ਕੇ ਅਸੀਂ ਜਿਹੜਾ ਸੇਵਾ ਕਰਦੇ ਹਾਂ। ਤਾਂ ਮੀਰੀ ਪੀਰੀ ਦਾ ਸਿਧਾਂਤ ਸਤਿਗੁਰ ਨੇ ਬਖਸ਼ਿਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੀ ਸ਼ਹਾਦਤ ਹੈ, ਜਿਹੜਾ ਸੰਖੇਪ ਰੂਪ ਦੇ ਵਿੱਚ ਆਪਾਂ ਸਾਰਾ ਵਿਚਾਰਿਆ, ਸੋ ਪ੍ਰਮੁੱਖ ਜਿਹੜਾ ਕਾਰਨ ਹੈ ਉਹ ਸਾਨੂੰ ਭੁੱਲਣਾ ਨਹੀਂ ਚਾਹੀਦਾ। ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ, ਅਸੀਂ ਸਾਰੇ ਆਪੋ ਆਪਣੇ ਮਨਾਂ ਵਿੱਚ ਇਹ ਖਿਆਲ ਕਰੀਏ ਕਿ ਜਿਸ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਲਈ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸ਼ਹਾਦਤ ਦਿੱਤੀ, ਕੀ ਅੱਜ ਅਸੀਂ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪਣਾ ਸਿੱਧਾ ਸੰਬੰਧ ਬਣਾਇਆ ਜਾਂ ਨਹੀਂ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਪੜ੍ਹਨ, ਸੁਣਨ, ਸਮਝਣ, ਵਿਚਾਰਨ ਦੀ ਆਦਤ ਬਣਾਈਏ। ਠੇਕੇਦਾਰੀ ਜਿਹੜਾ ਸਿਸਟਮ ਸਾਡੇ ਚੱਲ ਰਿਹਾ ਕਿ ਪੈਸੇ ਦੇ ਕੇ ਪਾਠ ਕਰਾ ਲਓ, ਆਪ ਸੁਣਨਾ ਵੀ ਨਹੀਂ, ਇਹਦਾ ਕੋਈ ਮਤਲਬ ਨਹੀਂ ਹੈ। ਹਾਂ, ਬੈਠ ਕੇ ਸੁਣੋ, ਉਹ ਗੱਲ ਵੱਖਰੀ ਹੈ, ਚੰਗੀ ਗੱਲ ਹੈ। ਅੱਜ ਜਿਵੇਂ ਠੇਕੇਦਾਰੀ, ਇਹ ਮੈਂ ਕਹਿੰਦਾ ਅਸੀਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਵਿਲੱਖਣ ਸ਼ਹਾਦਤ ਦੀ ਤੋਹੀਨ ਕਰਦੇ ਹਾਂ ਜੇ ਅਸੀਂ ਉਹਨਾਂ ਵੱਲੋਂ ਹੂਬਹੂ ਪਿਓਰ ਰੂਪ ਦੇ ਵਿੱਚ ਜਿਹੜੀ ਬਾਣੀ ਸਾਨੂੰ ਬਖਸ਼ੀ ਗਈ, ਅਸੀਂ ਉਸ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ, ਤੇ ਉਸ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲ ਕੇ ਨਹੀਂ ਵੇਖਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆਪਾਂ ਕਿਸੇ ਦਿਨ ਵੱਖਰੇ ਸੈਮੀਨਾਰ ਦੇ ਵਿੱਚ ਗੱਲ ਕਰਾਂਗੇ ਕਿ ਹਰ ਪੱਖ, ਰਾਜਨੀਤੀ ਤੋਂ ਲੈ ਕੇ ਧਾਰਮਿਕ, ਅਧਿਆਤਮਿਕ, ਸਮਾਜਿਕ, ਆਰਥਿਕ, ਤੁਹਾਡਾ ਡਾਈਟ ਪਲਾਨ, ਕਿਸਾਨੀ ਦੀ ਗੱਲ, ਜਵਾਨੀ ਦੀ ਗੱਲ, ਮਜ਼ਲੂਮਾਂ ਦੀ ਗੱਲ, ਪੀੜਤਾਂ ਦੀ ਗੱਲ, ਹਰ ਕਹਿਣ ਦਾ ਮਤਲਬ ਹਰ ਕਿਸਮ ਦਾ। ਔਰ ਫਿਰ ਐਡਾ ਖੁੱਲੇ ਰੂਪ ਦੇ ਵਿੱਚ ਜਦੋਂ ਅਸੀਂ ਬਾਣੀ ਪੜਾਂਗੇ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਹੈ ਤੇ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਤਾ ਦੇ ਲਈ ਹੈ। ਇਹ ਕਹਿ ਸਕਦੇ ਹਾਂ ਕਿ ਪੂਰੀ ਮਨੁੱਖਤਾ ਨੂੰ ਰੂਹਾਨੀ ਹਰ ਪੱਖ ਦਾ ਗਿਆਨ ਬਖਸ਼ਣ ਲਈ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸ਼ਹਾਦਤ ਦਾ ਜਾਮ ਪੀਤਾ। ਜੇ ਗੁਰੂ ਅਰਜਨ ਸਾਹਿਬ ਮਹਾਰਾਜ ਉੱਥੇ ਮਿਲਾਵਟ ਕਰਦੇ ਤਾਂ ਉਹਨਾਂ ਦੀ ਸ਼ਹਾਦਤ ਨਹੀਂ ਸੀ ਹੋਣੀ। ਜੇ ਆਦਿ ਗ੍ਰੰਥ ਸਾਹਿਬ ਦੇ ਵਿੱਚ ਮਿਲਾਵਟ ਕਰ ਦਿੰਦੇ, ਪੂਰੀ ਮਨੁੱਖਤਾ ਲਈ ਸ਼ਹਾਦਤ ਹੋਈ ਹੈ। ਮੈਂ ਇਸ ਕਰਕੇ ਕਹਿ ਰਿਹਾ, ਸਿਰਫ 2-3 ਮਿੰਟ ਚ ਗੱਲ ਕਹਿ ਦਿੰਨਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋਗੇ ਤੁਹਾਨੂੰ ਕਿਤੇ ਇਹ ਲਿਖਿਆ ਨਹੀਂ ਮਿਲਦਾ ਕਿ ਬਈ ਸਿੱਖ ਬਣੋ ਤਾਂ ਗੱਲ ਬਣਨੀ ਹੈ। ਗੁਰੂ ਅਰਜਨ ਸਾਹਿਬ ਨੇ ਜਿਸ ਗੁਰੂ ਗ੍ਰੰਥ ਸਾਹਿਬ ਲਈ ਸ਼ਹਾਦਤ ਦਿੱਤੀ, ਉਹ ਗੁਰੂ ਗ੍ਰੰਥ ਸਾਹਿਬ ਇਕੱਲੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦਾ,
ਉਹ ਗੁਰੂ ਗ੍ਰੰਥ ਸਾਹਿਬ ਪ੍ਰਾਣੀ ਮਾਤਰ ਦੀ ਨੁਮਾਇੰਦਗੀ ਕਰਦਾ ਹੈ। ਇੱਥੇ ਤਾਂ ਮੁਸਲਮਾਨ ਨੂੰ ਵੀ ਕਿਹਾ ਕਿ ਜੇ ਤੂੰ ਮੁਸਲਮਾਨ ਹੈ ਤਾਂ ਅਸਲ ਅਰਥਾਂ ਵਿੱਚ ਮੁਸਲਮਾਨ ਬਣ ਜਾ। ਮੁਸਲਮਾਨ ਮੋਮਦਿਲ ਹੋਵੇ, ਪੰਜ ਨਿਵਾਜ਼ਾਂ ਵਕਤ ਪੰਜ, ਪੰਜਾਂ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਜੇ ਤੂੰ ਪੰਡਤ ਹੈ ਮੁਬਾਰਕ ਹੈ, ਪਰ ਪੰਡਤ ਹੁੰਦਾ ਇਹ ਹੈ ਸੋ ਪੰਡਤ ਜੋ ਮਨ ਪ੍ਰਬੁੱਧ ਹੈ। ਜੇ ਬ੍ਰਾਹਮਣ ਹੈ ਤੂੰ ਬ੍ਰਾਹਮਣ ਬਣ ਕੇ ਰਹਿ। ब्रह्म बिंदै तिसदा ब्रह्मत रह, एक शब्द लिव लाए, नव निधि 18 सिद्धि पिछे लगियां फिरें, जो हर हृदय सदा बसाए। जे जोगी है तू तो जोगी बन के रह, गल्ली जोग ना होई। कौन है जोगी? एक दृष्ट कर संसार जाने जोगी कही है सोई। जे सिख है तो सिख बन जा, गुर सतगुर का जो सिख आए सो पलके उठार नाम ते आवे। मेरा कहने का मतलब सिर्फ इन्ना, मैं बेन जेड़ा ध्यान दिवाना चाहना कि गुरु अर्जन पातशाह की शहादत आदि ग्रंथ साहिब नूं पवित्रता नूं कायम रखण लई होई और आदि ग्रंथ साहिब प्राणी मात्र दा सांझा है। गुरु अर्जन साहिब की शहादत मनाउंदे असीं सारे घट्टो घट एक शब्द रोजाना गुरु ग्रंथ साहिब दा विचारना शुरू करिए। सतगुरु साडे ते रहमत करन, तरस करन कि असीं गुरु दे दिते हुए नक्शे कदमां ते चल सकीए। सो इन्हां शब्दां नाल, क्योंकि विस्तार तां बहुत हो सकदा, बड़े नुक्ते विचारे जा सकते हैं, इन्हां शब्दां नाल मैं अज दे इस नुक्ते ते समाप्ति करदा। सारे मेरे वीरां दा जिहड़े भी दरबारे खालसा यूट्यूब चैनल जां इस सैमीनार दे विच जुड़दे आ, वख-वख तरह दे जिहड़े टॉपिकां दे उत्ते सेहत दा है, खेतीबाड़ी दा है और होर भी वख-वख विषयां ते माहर आके जानकारी दिंदे है। नित तुसीं समां कढ के जुड़दे हो, सारियां दा धन्नवाद भी है और बेनती करदा कि अगे अगे आपां इस तरह जिहड़ी विचारधारा सरबत पक्षी है, सरबत दे भले वाली जिहड़ी गल है, प्राणी मात्र वाली जिहड़ी गल है, इहनूं फैलाउण दे लई सारे यतन करिए। भुल्लां चुकां लई माफी चाहांगा जी। एक वारी सारे वीर फतेह प्रवानो जी। वाहिगुरू जी का खालसा, वाहिगुरू जी की फतेह।